ਉਹ ਸਰਕਾਰ ਚਲੀ ਗਈ। ਦੇਖੋ ਮੈਂ ਇੱਥੇ ਬੇਵਸੀ ਕੀ ਕਹਿ ਰਿਹਾ ਜਨਤਾ ਨੂੰ ਅੱਜ ਰੋਟੀ ਕੱਪੜਾ ਤੇ ਮਕਾਨ ਜਿਹੜਾ ਵੋਟਿੰਗ ਸ਼ੇਅਰ ਹੈ ਉਹ ਅਜੇ ਮਹਿਸੂਸ ਕਰ ਰਿਹਾ ਕਿ ਸਾਡੇ ਕੋਲ ਪਿਛਲੇ ਸਮੇਂ ਦੇ ਵਿੱਚ ਜਜ਼ਬਾਤੀ ਰੌਂ ਦੇ ਵਿੱਚ ਆ ਕੇ ਗਲਤੀ ਹੋ ਗਈ। ਅਸੀਂ ਉਹਨਾਂ ਲੋਕਾਂ ਨੂੰ ਚੁਣ ਲਿਆ ਜਿਹੜੇ ਲੋਕ ਵਾਕਿਆ ਹੀ, ਤੁਸੀਂ ਇਹ ਦੇਖਿਆ ਕਿ ਪਿਛਲੇ ਦਿਨੀ 2 ਭਰਾਵਾਂ ਦਾ ਕਤਲ ਹੋਇਆ, ਉਹਨਾਂ ਨੇ ਸੁਸਾਈਡ ਕੀਤੀ। ਉੱਥੇ ਜਦੋਂ ਸਾਡੀ ਲੀਡਰਸ਼ਿਪ ਨੇ ਜਾ ਕੇ ਤੇ ਮੌਕੇ ਦੀ ਸਰਕਾਰ ਨੂੰ ਸਵਾਲ ਕੀਤਾ ਤੇ ਉਸ ਦਾ ਜਵਾਬ ਨਹੀਂ ਫਿਰ ਉਹਨਾਂ ਨੂੰ ਕੋਈ ਆਇਆ। ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਇਹ ਕਚਹਿਰੀ ਦੇ ਵਿੱਚ ਲੋਕਾਂ ਨੂੰ ਖੜੇ ਕਰਨਾ ਪਏਗਾ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨਾਲ ਵਾਅਦੇ ਕੀ ਕੀਤੇ, ਗਰੰਟੀਆਂ ਕੀ ਦਿੱਤੀਆਂ ਤੇ ਅੱਜ ਤੁਸੀਂ ਕਰ ਕੀ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ 'ਤੇ ਨਿਗਾਹ ਮਾਰੀ ਜਾਵੇ ਤਾਂ 100 ਸਾਲ ਦੇ ਵਿੱਚੋਂ ਲਗਭਗ 70 ਸਾਲ ਦਾ ਸਮਾਂ ਇਸ ਤਰ੍ਹਾਂ ਦਾ ਨਿਕਲਿਆ ਕਿ ਸੂਬਿਆਂ ਲਈ, ਪ੍ਰਾਂਤਾਂ ਲਈ ਵੱਧ ਅਧਿਕਾਰਾਂ ਦੀ ਗੱਲ ਵੀ ਹੁੰਦੀ ਰਹੀ ਤੇ ਫੈਡਰਲ ਢਾਂਚੇ ਦੀ ਮਜ਼ਬੂਤ ਕਰਨ ਦੀ ਗੱਲ ਵੀ ਹੁੰਦੀ ਰਹੀ। ਸਮਾਂ ਬੀਤਿਆ, ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੜ ਹੋਇਆ। ਗੱਠਜੋੜ ਦੇ 25-26 ਸਾਲ ਕਿਵੇਂ ਦੇ ਲੰਘੇ ਉਹ ਸਭ ਨੇ ਆਪਾਂ ਦੇਖੇ ਨੇ। ਪਿਛਲੇ ਦਿਨੀ ਭਾਜਪਾ ਨੇ ਇੱਕ ਆਵਾਜ਼ ਉਠਾਈ ਕਿ ਇੱਕ ਦੇਸ਼ ਇੱਕ ਇਲੈਕਸ਼ਨ ਹੋਣੀ ਚਾਹੀਦੀ ਆ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਕਿਸੇ ਸੰਸਦੀ ਦਲ ਦੀ ਮੀਟਿੰਗ ਤੋਂ, ਬਿਨਾਂ ਕੋਰ ਕਮੇਟੀ ਦੀ ਮੀਟਿੰਗ ਤੋਂ, ਬਿਨਾਂ ਕਿਸੇ ਹੋਰ ਸਲਾਹ ਮਸ਼ਵਰੇ ਤੋਂ ਇੱਕਦਮ ਇਕੱਲ ਦੇ ਬਿਆਨ ਦੇ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਇਸ ਫੈਸਲੇ ਦਾ ਸਮਰਥਨ ਕਰਦਾ। ਕਿ ਇਹਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਕੋਈ ਵੈਲਿਊ ਰਹਿ ਗਈ ਆ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਭਾਜਪਾ ਹਰ ਗੱਲ ਦੇ ਵਿੱਚ ਸੈਂਟਰ ਦੇ ਹੱਥ ਤਾਕਤਾਂ ਦੇਣਾ ਚਾਹੁੰਦੀ ਆ, ਉਹ ਹੱਥ ਮਜ਼ਬੂਤ ਹੋ ਰਹੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇਹ ਬਿਆਨ ਕਿਵੇਂ ਦੇਖਿਆ ਜਾਵੇ। ਕੋਈ ਸਮਾਂ ਹੁੰਦਾ ਸੀ ਜਦੋਂ ਫੈਡਰੇਸ਼ਨ ਦੇ ਵਿੱਚੋਂ ਨਿਕਲ ਕੇ ਇਸ ਤਰ੍ਹਾਂ ਦੇ ਵਿਦਿਆਰਥੀ ਜੀਵਨ 'ਚੋਂ ਲੋਕ ਆਉਂਦੇ ਸੀ ਜਿਹੜੇ ਆਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਦੀ ਵੱਡੀ ਕੁਆਲਿਟੀ ਦੇ ਨਾਲ ਸੇਵਾ ਕਰਦੇ ਸਨ। ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਵੀ ਗੱਠਜੋੜ ਹੋ ਚੁੱਕਾ ਆ, ਭਾਵੇਂ ਕਿ ਪੰਜਾਬ ਦੇ ਵਿੱਚ ਹਜੇ ਵੀ ਬਾਗੀ ਸੁਰਾਂ ਨੇ। ਹੋਰ ਤਮਾਮ ਮੁੱਦਿਆਂ 'ਤੇ ਗੱਲ ਕਰਾਂਗੇ। ਸਾਡੇ ਨਾਲ ਉੱਘੇ ਅਕਾਲੀ ਲੀਡਰ ਕਰਨੈਲ ਸਿੰਘ ਪੀਰ ਮੁਹੰਮਦ ਜੀ ਮੌਜੂਦ ਆ, ਉਹਨਾਂ ਤੋਂ ਲੈਂਦੇ ਸਾਰੀ ਗੱਲਬਾਤ ਦਾ ਸਾਰ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪਹਿਲੀ ਇੱਕੇ ਗੱਲ 'ਤੇ ਆਵਾਂ, ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ, ਜਿਨ੍ਹਾਂ ਨੇ ਹਮੇਸ਼ਾ ਹੀ ਪ੍ਰਾਂਤਾਂ ਨੂੰ ਵੱਧ ਅਧਿਕਾਰ ਦੀ ਗੱਲ ਕੀਤੀ, ਫੈਡਰਲ ਢਾਂਚੇ ਦੀ ਗੱਲ ਕੀਤੀ ਕਿ ਸੱਤਾ ਦਾ ਏਕੀਕ੍ਰਿਤ ਨਹੀਂ ਹੋਣਾ ਚਾਹੀਦਾ, ਸੱਤਾ ਜਿਹੜੀ ਆ ਸੈਂਟਰਲਾਈਜ਼ ਨਹੀਂ ਹੋਣੀ ਚਾਹੀਦੀ। ਪਿਛਲੇ ਦਿਨੀ ਭਾਜਪਾ ਨੇ ਜਿਸ ਤਰ੍ਹਾਂ ਕਿਹਾ ਕਿ ਇੱਕ ਦੇਸ਼ ਇੱਕ ਚੋਣ ਹੋਣੀ ਚਾਹੀਦੀ ਹੈ, ਅਤੇ ਚੋਣ ਦੇ ਵਿੱਚ ਬਿਨਾਂ ਸਮਰਥਨ ਮੰਗਿਆ, ਬਿਨਾਂ ਕੋਈ ਭਾਜਪਾ ਨੇ ਸਵਾਲ ਨਹੀਂ ਕੀਤਾ, ਉਹਨੇ ਕਿਹਾ ਨਹੀਂ ਵੀ ਸਾਡਾ ਸਾਥ ਦਿਓ। ਸੁਖਬੀਰ ਸਿੰਘ ਬਾਦਲ ਪਤਾ ਲੱਗ ਰਿਹਾ ਵੀ ਕਿਸੇ ਨਾਲ ਕੋਈ ਬਿਨਾਂ ਸਲਾਹ ਮਸ਼ਵਰਾ ਕੀਤਿਆਂ ਇੱਕਦਮ ਭਾਜਪਾ ਦੇ ਹੱਕ 'ਚ ਖੜ ਗਿਆ। ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਮਾਣਮੱਤਾ ਤੇ ਮਾਣਮੱਤਾ ਹੀ ਰਹੇਗਾ। ਇਤਿਹਾਸ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਂਦੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਆਏ। ਜਿੱਥੋਂ ਤੱਕ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਬਿਆਨ ਦੀ ਗੱਲ ਕਰਦੇ ਹੋ, ਦੇਖੋ ਹੁਣ ਤੁਸੀਂ ਮੇਰੇ ਅੱਗੇ ਇਸ ਵੇਲੇ ਮਾਈਕ ਕੀਤਾ, ਤੁਸੀਂ ਮੈਨੂੰ ਇੱਕ ਸਵਾਲ ਕੀਤਾ ਤੇ ਮੈਂ ਉਹਦਾ ਜਵਾਬ ਆਪਣੇ ਜੋ ਮੌਕੇ ਦੇ ਉੱਤੇ ਮੈਂ ਦੇ ਰਿਹਾ ਉਹ ਮੇਰਾ ਇੱਕ ਬਿਆਨ ਹੋ ਜਾਂਦਾ। ਜਿਹੜੀ ਪਾਰਟੀ ਪ੍ਰਧਾਨ ਨੇ ਜਿਹੜਾ ਇਹ ਬਿਆਨ ਦਿੱਤਾ ਹੈ, ਇਹਦੀ ਜੇ ਆਪਾਂ ਅਧਿਐਨ ਕਰੀਏ, ਡੂੰਘਾਈ ਦੇ ਵਿੱਚ ਜਾਈਏ, ਜਦੋਂ ਦੇਸ਼ ਆਜ਼ਾਦ ਹੋਇਆ ਸੀ ਤੇ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਹ ਇੱਕ ਸਾਰੀ ਚੋਣਾਂ ਹੋਈਆਂ ਸੀ ਤੇ ਉਹਨਾਂ ਚੋਣਾਂ ਤੋਂ ਬਾਅਦ ਲਗਾਤਾਰ 1968 ਤੱਕ, ਮੇਰਾ ਬਰਥ 1968 'ਚ ਹੋਇਆ ਤੇ 1968 ਤੱਕ ਇੱਕ ਸਾਰ ਹੀ ਚੋਣਾਂ ਹੁੰਦੀਆਂ ਰਹੀਆਂ। ਫਿਰ ਇੱਕ ਐਸਾ ਸਮਾਂ ਆਇਆ ਕਿ ਜਦੋਂ ਕਾਂਗਰਸ ਨੇ ਬਹੁਤ, ਜਿਵੇਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਸੀ, ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਵੀ ਬਹੁਤ ਵੱਡਾ ਇੱਕ ਨਿਸ਼ਾਨਾ ਬਣਾਇਆ ਜਾਂਦਾ ਸੀ ਤੇ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਨਹੀਂ ਸੀ ਬਣਦੀ ਜਾਂ ਜਿੱਥੇ ਉਹਦਾ ਦਬਦਬਾ ਨਹੀਂ ਸੀ ਹੁੰਦਾ ਤੇ ਉੱਥੇ ਉਹ ਸਰਕਾਰਾਂ ਤੋੜ ਦਿੰਦੇ ਸੀ ਤੇ ਉਹ ਤੋੜਨ ਕਰਕੇ ਫਿਰ ਇੱਕ ਜਿਹੜੀ ਇਕਸਾਰਤਾ ਸੀ ਉਹ ਵੀ ਟੁੱਟ ਗਈ ਕਿ ਉਹ ਫਿਰ ਕਦੀ ਕਿਸੇ ਰਾਜ ਦੀ ਚੋਣ ਆ ਗਈ, ਕਦੀ ਕਿਸੇ ਰਾਜ ਦੀ ਚੋਣ ਆ ਗਈ। ਹੁਣ ਇਹਦੇ ਉੱਪਰ ਪਿਛਲੇ ਲੰਮੇ ਸਮੇਂ ਤੋਂ ਇੱਕ ਗੱਲ ਚੱਲ ਰਹੀ ਸੀ ਕਿ ਵਨ ਇਲੈਕਸ਼ਨ ਵਨ ਨੇਸ਼ਨ ਦੀ ਜਿਹੜੀ ਗੱਲ, ਕਿ ਇੱਕ ਦੇਸ਼ ਦੇ ਵਿੱਚ ਆਪਾਂ ਲਗਾਤਾਰ ਹਰ ਸਾਲ, ਹਰ ਮਹੀਨੇ, ਹਰ ਦਿਨ ਚੋਣਾਂ ਹੁੰਦੀਆਂ ਹੀ ਰਹਿੰਦੀਆਂ। ਆਪਾਂ ਦੇਖਦੇ ਹਾਂ ਕਿ ਕੋਈ ਸਾਲ ਦਾ ਮਹੀਨਾ ਨਹੀਂ ਜਾਂਦਾ ਜਦੋਂ ਕਿਸੇ ਨਾ ਕਿਸੇ ਰਾਜ ਦੀ ਚੋਣ ਆ ਜਾਂਦੀ ਹੈ। ਕਦੀ ਜ਼ਿਲ੍ਹਾ ਪਰਿਸ਼ਦ ਦੀ ਆ ਗਈ, ਕਦੀ ਬਲਾਕ ਸੰਮਤੀ ਦੀ ਆ ਗਈ, ਲੋਕਲ ਚੋਣਾਂ ਤਾਂ ਹੁੰਦੀਆਂ ਰਹਿੰਦੀਆਂ, ਕਦੀ ਮਿਊਨਿਸਪੈਲਿਟੀ ਦੀ ਆ ਗਈ, ਕਦੀ ਨਗਰ ਨਿਗਮ, ਵੱਖ-ਵੱਖ। ਸੋ ਇਹ ਹੁਣ ਇੱਕ ਇਹਦੇ 'ਤੇ ਇੱਕ ਗੱਲ ਚੱਲ ਰਹੀ ਸੀ, ਉਹ ਗੱਲ ਸੁਪਰੀਮ ਕੋਰਟ ਦੇ ਕੋਲ ਵੀ ਪਹੁੰਚੀ, ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਪਹੁੰਚੀ। ਤਾਂ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਸਨ ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਕਮੇਟੀ ਬਣਾਓ
ਉਸ ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਵੀ ਹੋਣ, ਉਸ ਕਮੇਟੀ ਦੇ ਵਿੱਚ ਓਪੋਜੀਸ਼ਨ ਦੇ ਜਿਹੜਾ ਵੀ ਲੀਡਰ ਹੈਗਾ, ਜਿਵੇਂ ਕਾਂਗਰਸ ਹੈ ਉਹਦਾ ਵੀ ਹੋਣਾ ਚਾਹੀਦਾ। ਜਿਹੜੇ ਇੱਕ ਸੱਤਾਧਾਰੀ, ਇੱਕ ਜਿਹੜੀ ਓਪੋਜੀਸ਼ਨ, ਇੱਕ ਓਪੋਜੀਸ਼ਨ ਤੋਂ ਬਾਅਦ ਫਿਰ ਜਿਹੜੀ ਕੋਈ ਤੀਸਰੀ ਵੱਡੀ ਪਾਰਟੀ ਹੈ, ਇੱਕ ਉਹਨਾਂ ਦਾ ਨੁਮਾਇੰਦਾ ਹੋਵੇ, ਤੇ ਇੱਕ ਉਹਦਾ ਇਲੈਕਸ਼ਨ ਕਮਿਸ਼ਨ ਵਿੱਚ ਹੋਵੇ, ਇੱਕ ਜਿਹੜੇ ਆਪਣੇ ਰਾਸ਼ਟਰਪਤੀ ਜਿਹੜੇ ਉਹਨਾਂ ਨੂੰ ਲਿਆ ਜਾਵੇ। ਇਸ ਤਰ੍ਹਾਂ ਕਰਕੇ ਇੱਕ ਜਿਹੜੀ ਕਮੇਟੀ ਬਣਾਈ ਜਾਵੇ। ਉਹਨਾਂ ਨੇ ਤਾਂ ਇੱਕ ਸੁਝਾਅ ਦਿੱਤਾ ਸੀ ਕਿ 5 ਮੈਂਬਰੀ ਕਮੇਟੀ ਬਣਾਓ, ਲੇਕਿਨ ਉਹਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨੇ ਜਾਂ ਜਿਹੜੇ ਗ੍ਰਹਿ ਮੰਤਰੀ ਨੇ, ਕਿਉਂਕਿ ਲੌਬਿੰਗ ਹੈ, ਉਹਦੇ ਵਿੱਚ ਉਹਨਾਂ ਨੇ ਥੋੜ੍ਹਾ ਜਿਹਾ ਅਮੈਂਡ ਕਰਕੇ ਤੇ ਉਹਦੇ ਵਿੱਚ ਉਹਨਾਂ ਨੇ ਕਾਂਗਰਸ ਦਾ ਲੀਡਰ ਤਾਂ ਪਾਇਆ, ਪਰ ਜਿਸ ਨੂੰ ਪਾਇਆ ਮੇਰਾ ਉਹਨਾਂ ਦਾ ਨਾਮ ਮੈਨੂੰ ਹੁਣ ਭੁੱਲ ਗਿਆ, ਉਹਨਾਂ ਨੇ ਕਿਹਾ ਕਿ ਮੈਂ ਡਿਨਾਈ ਕਰ ਗਏ ਉਹ, ਤੇ ਉਹ ਅਜੇ ਗੱਲ ਚੱਲ ਰਹੀ ਹੈ। ਤੇ ਇਸ ਸਮੇਂ ਦੇ ਦਰਮਿਆਨ ਹੁਣ ਇਹਨਾਂ ਨੇ ਸਦਨ ਵੀ ਜਿਹੜਾ ਆਪਣਾ ਸੈਸ਼ਨ ਵੀ ਬੁਲਾਇਆ ਸਦਨ ਦੇ ਵਿੱਚ, ਪਾਰਲੀਮੈਂਟ ਦੇ ਅੰਦਰ, ਕਿ ਭਾਰਤੀ ਜਨਤਾ ਪਾਰਟੀ ਕੀ ਕਰਦੀ ਹੈ। ਲੇਕਿਨ ਜਦੋਂ ਪ੍ਰਧਾਨ ਸਾਹਿਬ ਨੂੰ ਸਵਾਲ ਕੀਤਾ ਗਿਆ, ਉਹਨਾਂ ਨੇ ਗੱਲ ਕਹੀ ਕਿ ਸਾਨੂੰ ਇਹਦੇ ਤੇ ਇਤਰਾਜ਼ ਕੋਈ ਨਹੀਂ ਹੈਗਾ, ਪਰ ਇਹ ਜਿਹੜੀ ਚੋਣ ਕਰਵਾਉਣ ਦਾ ਜਿਹੜਾ ਨਿਰਣਾ ਲਿਆ ਜਾਵੇ, ਉਹਨਾਂ ਨੂੰ ਸਾਰਿਆਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾਵੇ ਕਿ ਜਿੰਨੀਆਂ ਵੀ ਸਾਡੇ ਰਾਜਨੀਤਿਕ ਦਲ ਨੇ ਜਾਂ ਇਸ ਦੇਸ਼ ਦੇ ਅੰਦਰ ਜਿਹੜੇ ਆਪੋਜੀਸ਼ਨ ਬੈਠੀ ਹੈ, ਉਹਨੂੰ ਭਰੋਸੇ ਵਿੱਚ ਲੈ ਕੇ ਤੁਸੀਂ ਕੋਈ ਵੀ ਫੈਸਲਾ ਕਰੋ ਕਿ ਤੁਸੀਂ ਕਿਹਾ ਜੀ ਅਸੀਂ ਸਮਰਥਨ ਕਰਦੇ ਹਾਂ ਇਸ ਫੈਸਲੇ ਦਾ। ਉਹਨਾਂ ਨੇ ਸਮਰਥਨ ਦੀ ਜਿੱਥੇ ਗੱਲ ਕੀਤੀ ਹੈ ਨਾ, ਨਾਲ ਉਹਨਾਂ ਨੇ ਸੁਝਾਅ ਵੀ ਦਿੱਤਾ, ਤੁਸੀਂ ਪੂਰਾ ਬਿਆਨ। ਪਤਾ ਕੀ ਹੁੰਦਾ, ਦੇਖੋ ਸ਼੍ਰੋਮਣੀ ਅਕਾਲੀ ਦਲ ਨਾਲ ਕੀ ਹੋ ਰਿਹਾ, ਇੱਕ ਤਾਂ ਇਹ ਦੇਖੋ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਹੈ, ਪਾਰਟੀ ਦੇ ਪ੍ਰਧਾਨ ਦੇ ਨਾਲ ਜਿਹੜਾ ਸਤਿਕਾਰਤ ਸ਼ਬਦ ਹੈ, ਮੈਂ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਇਹ ਗੱਲ ਕਹੀ ਹੈ, ਆਫਿਸ ਵੀ ਇਹ ਗੱਲ ਕਹੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਆਮ ਤੌਰ ਦੇ ਉੱਤੇ ਸੁਖਬੀਰ ਬਾਦਲ ਕਹਿ ਕੇ ਉਹ ਕੀਤਾ ਜਾਂਦਾ, ਤੇ ਅਖਬਾਰਾਂ ਦੇ ਵਿੱਚ ਵੀ ਆਮ ਲਿਖਿਆ ਜਾਂਦਾ ਕਿ ਜਾਂ ਤਾਂ ਤੁਹਾਡਾ, ਵੇਖੋ ਮੇਰਾ ਨਾਮ ਹੈ ਪੀਰ ਮੁਹੰਮਦ, ਪਿੰਡ ਮੇਰਾ, ਲੇਕਿਨ ਮੇਰਾ ਨਾਮ ਤਾਂ ਕਰਨੈਲ ਸਿੰਘ ਹੈ ਨਾ, ਕਈ ਵਾਰ ਮੈਨੂੰ ਪੀਰ ਮੁਹੰਮਦ ਲਿਖ ਦਿੱਤਾ ਜਾਂਦਾ। ਲੇਕਿਨ ਜੇ ਤੁਸੀਂ ਜਾਂ ਤਾਂ ਪੀਰ ਮੁਹੰਮਦ ਮੇਰੇ ਪਿੰਡ ਦਾ ਨਾਮ ਲਿਖ ਲਓ ਜਾਂ ਮੇਰਾ ਨਾਮ ਲਿਖ ਲਓ, ਲੇਕਿਨ ਇੱਥੇ ਕੀ ਕੀਤਾ ਜਾਂਦਾ ਕਿ ਵਿੱਚੋਂ ਸਿੰਘ ਕੱਟ ਹੀ ਦਿੱਤਾ ਜਾਂਦਾ ਹੈ ਨਾ। ਇਸੇ ਤਰ੍ਹਾਂ ਜਿਹੜਾ ਬਿਆਨ ਜਦੋਂ ਸਾਡੇ ਪ੍ਰਧਾਨ ਦਾ ਬਿਆਨ ਲਿਆ ਜਾਂਦਾ ਨਾ ਕਈ ਗੱਲਾਂ ਦੇ ਵਿੱਚ, ਉਹਦੇ ਵਿੱਚ ਕੀ ਕੀਤਾ ਜਾਂਦਾ ਕਿ ਉਹ ਜਿਵੇਂ ਇੱਕ ਧਾਰਨਾ ਚੱਲ ਰਹੀ ਹੈ ਕਿ ਦੇਖੋ ਜੀ ਪਾਰਟੀ ਪ੍ਰਧਾਨ ਆਪਣੀ ਮਨਮਰਜ਼ੀ ਨਾਲ ਫੈਸਲੇ ਲੈ ਲੈਂਦੇ। ਇਸ ਤਰ੍ਹਾਂ ਦੀ ਗੱਲ ਨਹੀਂ। ਤੁਸੀਂ ਦੇਖੋ ਅਜੇ 3 ਦਿਨ ਪਹਿਲਾਂ ਮੀਟਿੰਗ ਹੋਈ ਹੈ। ਮੈਂ ਤੁਹਾਡੀ ਗੱਲ ਵਿੱਚ ਰੋਕ ਰਿਹਾ। ਦੱਬੀ ਜਵਾਨੇ ਤੁਹਾਡੇ ਪਾਰਟੀ ਦੇ ਲੀਡਰਾਂ ਨਾਲ ਗੱਲ ਹੋਈ, ਕੈਮਰੇ ਤੇ ਭਾਵੇਂ ਕੋਈ ਨਾ ਵੀ ਬੋਲੇ, ਪਰ ਇਹ ਬਿਆਨ ਦੇਣ ਤੋਂ ਪਹਿਲਾਂ ਨਾ ਸੰਸਦੀ ਬੋਰਡ ਦੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਲਿਆ ਗਿਆ ਵੀ ਅਸੀਂ ਇਸ ਫੈਸਲੇ ਦੇ ਨਾਲ ਤੁਰਨਾ ਹੈ ਕਿ ਜਾਂ ਇਹਦਾ ਵਿਰੋਧ ਕਰਨਾ ਜਾਂ ਅਸੀਂ ਕਾਮਨ ਸਾਂਝੇ ਰਹਿਣਾ ਹੈ। ਨਾ ਕੋਈ ਕੋਰ ਕਮੇਟੀ ਦੀ ਮੀਟਿੰਗ ਹੋਈ ਆ, ਬਸ ਜਦੋਂ ਉਧਰੋਂ ਫਲੈਸ਼ ਹੋਈ ਨਿਊਜ਼ ਤੇ ਪ੍ਰਧਾਨ ਜੀ ਨੇ ਮਤਲਬ ਉਸੇ ਵੇਲੇ ਬਿਆਨ ਦਾਗਤਾ। ਦੇਖੋ ਜਿਹੜਾ ਇਹੋ ਜਿਹਾ ਪਾਰਟੀ ਲੀਡਰ ਜਾਂ ਜਿਹੜਾ ਕੋਰ ਕਮੇਟੀ ਮੈਂਬਰ ਜਾਂ ਜਿੰਦਾ ਤੁਸੀਂ ਕਹਿੰਦੇ ਕੋਈ ਦੱਬਵੀਂ ਆਵਾਜ਼ ਦੇ ਵਿੱਚ ਕਹਿੰਦੇ, ਉਹਨਾਂ ਦੀ ਕੀ ਮਜਬੂਰੀ ਹੈ? ਉਹ ਆਣ ਕੇ ਕੈਮਰੇ ਦੇ ਉੱਤੇ ਜਿਹੜੀ ਗੱਲ ਉਹ ਕੰਡ ਪਿੱਛੇ ਕਹਿੰਦੇ ਆ ਜਾਂ ਕੈਮਰੇ ਤੋਂ ਪਾਸੇ ਕਹਿੰਦੇ ਆ, ਤੇ ਜੇ ਉਹਨਾਂ ਨੂੰ ਲੱਗਦਾ ਕਿ ਪਾਰਟੀ ਦੇ ਭਲੇ ਦੀ ਕੋਈ ਗੱਲ ਹੈ ਤੇ ਕੈਮਰੇ ਅੱਗੇ ਆ ਕੇ ਗੱਲ ਕਰਨੀ ਚਾਹੀਦੀ। ਕਨਸੋਆਂ ਦੇਣੀਆਂ ਜਾਂ ਲੈਣੀਆਂ, ਇਹ ਮੈਂ ਵੇਖੋ ਅਸੀਂ ਜਦੋਂ ਪਾਰਟੀ ਦੇ ਨਾਲ ਕੋਈ ਸਿਧਾਂਤਕ ਵਿਰੋਧ ਸੀ, ਜਦੋਂ ਅਸੀਂ ਉਸ ਦੇ ਉੱਤੇ ਖੜ੍ਹੇ ਸੀ ਨਾ, ਤੇ ਅਸੀਂ ਗੱਲ ਕਰਦੇ ਸੀ ਉਦੋਂ ਵੀ। ਅੱਜ ਪਾਰਟੀ ਦੇ ਵਿੱਚ ਆ ਨਾ, ਜਿੱਥੇ ਕੋਈ ਗੱਲ ਲੱਗਦੀ ਹੈ ਉੱਥੇ ਪਾਰਟੀ ਪ੍ਰਧਾਨ ਨੂੰ ਬਕਾਇਦਾ ਸੁਝਾਅ ਲਿਖ ਕੇ ਵੀ ਦੇਈਦਾ, ਰਿਟਨ ਦੇ ਵਿੱਚ ਦੇਈਦਾ ਕਿ ਆਹ ਪ੍ਰਧਾਨ ਸਾਹਿਬ ਸਾਨੂੰ ਇੰਝ ਲੱਗਦਾ ਕਿ ਇੰਝ ਕਰਨਾ ਚਾਹੀਦਾ। ਠੀਕ ਹੈ ਜੀ। ਸੁਝਾਅ ਹੀ ਆਏ ਸੀ ਜਿਹੜੀ ਸੰਗਰੂਰ ਦੀ ਚੋਣ ਤੋਂ ਬਾਅਦ, ਸੁਝਾਅ ਹੀ ਆਏ ਸੀਗੇ, ਪਰ ਜਿਨ੍ਹਾਂ ਨੇ ਆਵਾਜ਼ ਉਠਾਈ, ਚਾਹੇ ਉਹ ਜਗਮੀਤ ਸਿੰਘ ਬਰਾੜ ਦੀ ਗੱਲ ਕਰੋ, ਕੱਢ ਕੇ ਬਾਹਰ ਮਾਰੇ ਨੇ। ਦੇਖੋ ਸੰਗਰੂਰ ਦੀ ਚੋਣ ਤੋਂ ਪਹਿਲਾਂ ਘੱਟੋ ਘੱਟ ਵੀ 4 ਮੀਟਿੰਗਾਂ ਹੋਈਆਂ ਸਾਡੀਆਂ। ਉਹਨਾਂ ਮੀਟਿੰਗਾਂ ਦੇ ਵਿੱਚ ਮੈਂ ਖੁਦ ਸ਼ਾਮਲ ਹੁੰਦਾ ਰਿਹਾ, ਔਰ ਉਸ ਜਿਹੜੀ ਚੋਣ ਦੀ ਜਿਹੜੀ ਅਗਵਾਈ ਜਿਹੜੀ ਉਹਨਾਂ ਨੇ ਦਿੱਤੀ ਸੀ ਸਾਨੂੰ, 3 ਮੇਨ ਜਿਹੜੇ ਸੀ ਸਾਡੇ ਮੇਰੇ ਸਾਥੀ ਸੀ, ਉਹਨਾਂ ਨੂੰ ਦਿੱਤੀ ਸੀ। ਇੱਕ ਤਾਂ ਜਿਹੜੇ ਬੰਦੀ ਸਿੰਘ ਰਿਹਾਈ ਮੋਰਚਾ ਸੀ, ਉਹਨਾਂ ਨੂੰ ਸਾਡੇ ਨਾਲ ਲਾਇਆ ਗਿਆ ਪਾਰਟੀ ਪ੍ਰਧਾਨ ਨੇ, ਦੂਸਰਾ ਮੈਂ ਸੀ ਉਹਦੇ ਵਿੱਚ, ਤੇ ਤੀਸਰੇ ਸਰਦਾਰ ਵਿਰਸਾ ਸਿੰਘ ਵਲਟੋਆ। ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ, ਪ੍ਰਧਾਨ ਸਾਹਿਬ ਨੇ ਕਿਹਾ ਕਿ ਹਰ ਸਟੇਜ ਦੇ ਉੱਤੇ ਤੁਸੀਂ ਜਾਣਾ, ਤੁਸੀਂ ਆਪਣਾ ਪੱਖ ਰੱਖਣਾ, ਕਿਉਂਕਿ ਬੀਬੀ ਕਮਲਦੀਪ ਕੌਰ ਜੀ ਰਾਜੋਆਣਾ, ਉਹ ਇੱਕ ਬਹੁਤ ਵੱਡਾ ਉਹਨਾਂ ਨੇ ਵੀ ਸੰਘਰਸ਼ ਲੜਿਆ, ਉਹਨਾਂ ਦੇ ਭਰਾ ਅੱਜ ਵੀ ਜੇਲ੍ਹ ਦੇ ਵਿੱਚ ਨੇ, ਤੇ ਉਹਨਾਂ ਦੀ ਆਪਣੀ ਵੱਡੀ ਕੁਰਬਾਨੀ ਸੀ। ਠੀਕ ਹੈ ਜੀ। ਮਾਨ ਸਾਹਿਬ ਦੇ ਨਾਲ ਵੀ ਸਾਡੀਆਂ ਗੱਲਾਂ ਬਾਤਾਂ ਹੋਈਆਂ, ਚਲੋ ਉਹ ਇੱਕ ਬੀਤ ਚੁੱਕੀ ਗੱਲ ਹੈ। ਮੈਂ ਇਹ ਗੱਲ ਕਹਾਂਗਾ ਕਿ ਮੌਜੂਦਾ ਸਮੇਂ ਦੇ ਵਿੱਚ ਜਿਸ ਦਿਨ ਸਾਨੂੰ ਇਹ ਲੱਗੇਗਾ ਨਾ ਕਿ ਪਾਰਟੀ ਪ੍ਰਧਾਨ ਕੋਈ ਆਪਣੇ ਪੱਧਰ ਦੇ ਉੱਤੇ ਕੁਝ ਗੱਲਾਂ ਇਸ ਤਰ੍ਹਾਂ ਬਿਲਕੁਲ ਕਰ ਰਹੇ ਨੇ, ਤਾਂ ਕੈਮਰੇ ਦੇ ਅੱਗੇ ਆ ਕੇ ਕਹਾਂਗੇ। ਅੱਜ ਮੈਂ ਮਹਿਸੂਸ ਕਰ ਰਿਹਾ ਕਿ ਜਿਹੜਾ ਤੁਸੀਂ ਇੱਕ
ਆਪਣੇ Nation ਤੇ one ਨੇਸ਼ਨ ਤੇ ਵਨ ਇਲੈਕਸ਼ਨ ਦੀ ਗੱਲ ਕਰ ਰਹੇ ਹੋ, ਇਸ ਮੁੱਦੇ ਦੇ ਉੱਤੇ ਅਜੇ ਬੜੀ ਵੱਡੀ ਚਰਚਾ ਚੱਲਣੀ ਹੈ। ਪਾਰਟੀ ਦੇ ਅੰਦਰ ਵੀ ਚੱਲ ਰਹੀ ਹੈ, ਬਾਹਰ ਵੀ ਚੱਲਣੀ ਹੈ। ਲੇਕਿਨ ਇਲੈਕਸ਼ਨ ਜੇ ਕੋਈ ਪ੍ਰਕਿਰਿਆ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਦੇਖੋ ਇਹਦਾ ਫੈਡਰਲ ਸਟਰਕਚਰ ਤੋਂ ਇੱਕ ਅਲੱਗ ਪਹਿਲੂ ਵੀ ਹੈਗਾ ਕਿ ਇਸ ਦੇਸ਼ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਤੇ ਜਿਹੜਾ ਉਹਦੇ ਉੱਤੇ ਖਰਚਾ ਹੁੰਦਾ ਅਲੱਗ-ਅਲੱਗ ਸਮੇਂ ਦੇ ਵਿੱਚ, ਜਿਹੜਾ ਆਪਾਂ ਕਦੀ ਕਿਤੇ ਸਰਕਾਰ ਬਣਾਉਣ ਵਾਸਤੇ ਆਪਣੇ ਰਾਜ ਸਰਕਾਰ ਵਾਸਤੇ ਕਿਤੇ ਥੱਲੇ ਚੋਣਾਂ ਕਿਤੇ ਉੱਪਰ ਚੋਣਾਂ, ਉਹ ਜਿਹੜੀ ਚੀਜ਼ ਹੈ ਉਹਨੂੰ ਇੱਕ ਡੈਮੋਕ੍ਰੈਟਿਕ ਢੰਗ ਤਰੀਕੇ ਦੇ ਨਾਲ ਫੈਡਰਲ ਸਟਰਕਚਰ ਕੀ ਕਹਿੰਦਾ, ਫੈਡਰਲ ਸਟਰਕਚਰ ਕਹਿੰਦਾ ਕਿ ਕਿਸੇ ਦਾ ਹੱਕ ਹਕੂਕ ਖੋਇਆ ਨਾ ਜਾਵੇ, ਹੱਕ ਜਿਹੜਾ ਹਰ ਇੱਕ ਨੂੰ ਮਿਲਣਾ ਚਾਹੀਦਾ। ਇੱਥੇ ਹੁਣ ਤੁਸੀਂ ਇਹ ਦੇਖੋ, ਮੈਂ ਇੱਕ ਸਵਾਲ ਕਰਦਾ ਤੁਹਾਨੂੰ ਵੀ ਕਰਾਂਗਾ ਤੇ ਮੌਕੇ ਦੀ ਸਰਕਾਰ ਨੂੰ ਵੀ ਕਰਾਂਗਾ, ਜਿਹੜੀ ਆਮ ਆਦਮੀ ਪਾਰਟੀ, ਤੁਸੀਂ ਇਹ ਦੇਖੋ ਕਿ ਪਿਛਲੇ ਦਿਨੀ ਪੰਚਾਇਤਾਂ ਇਹਨਾਂ ਨੇ ਭੰਗ ਕਰਤੀਆਂ, ਇਹਨਾਂ ਨੇ ਕਿਹਦੇ ਕੋਲ ਸੁਝਾ ਲਿਆ? ਤੁਸੀਂ ਅੱਜ ਪਾਰਟੀ, ਮੇਰੀ ਗੱਲ ਸੁਣੋ, ਫਿਰ ਮੂੰਹ ਦੀ ਵੀ ਖਾਧੀ ਕਿਸੇ ਮੀਡੀਆ ਨੇ ਇਹ ਮੂੰਹ ਤੇ ਉਦੋਂ ਖਾਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ PIL ਪਾਈ ਗਈ ਔਰ ਸਰਦਾਰ ਆਪਣੇ ਗੁਰਜੀਤ ਸਿੰਘ ਤਲਵੰਡੀ, ਸਾਡੇ ਨੌਜਵਾਨ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦੋਤੇ ਨੇ, ਉਹਨਾਂ ਨੇ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਇਹ ਪਟੀਸ਼ਨ ਪਾਈ ਔਰ ਉਹ ਪਟੀਸ਼ਨ ਜਿਹੜੀ ਸਫਲ ਹੋਈ ਔਰ ਉਸ ਦੇ ਉੱਪਰ ਪੰਜਾਬ ਸਰਕਾਰ ਨੂੰ ਉਹ ਆਪਣਾ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ। ਇੱਕ ਉਹ ਲੈਣਾ ਪਿਆ, ਉਦੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜੀਆਂ ਬਲਾਕ ਸਮਿਤੀ ਦੀਆਂ ਸੀ ਜਿਹੜੀਆਂ ਇਹਨਾਂ ਨੇ ਭੰਗ ਕੀਤੀਆਂ ਸੀ, ਉਹ ਵੀ ਤੁਸੀਂ ਅੱਜ ਦੇ ਅਖਬਾਰ ਵੇਖੋ, ਉਹ ਵੀ ਵਾਪਸ ਲੈ ਲਿਆ ਗਿਆ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਦੇਖੋ ਮੀਡੀਆ ਜਿਹੜਾ ਹੈ, ਮੀਡੀਆ ਦੇ ਵਿੱਚ ਅੱਜ 2-3 ਗੱਲਾਂ ਨੇ ਜਿਨ੍ਹਾਂ ਦੇ ਉੱਪਰ ਦੇਖੋ ਧਿਆਨ ਬਿਲਕੁਲ ਮੀਡੀਆ ਦਾ ਕਿਉਂ ਨਹੀਂ ਗਿਆ, ਮੈਨੂੰ ਨਹੀਂ ਸਮਝ ਆਉਂਦੀ। ਉਹ ਗੱਲ ਜਿਹੜੀ ਹੈ ਉਹ ਕਰਨੀ, ਸਵਾਲ ਕਰਨੇ ਮੁੱਖ ਮੰਤਰੀ ਨੂੰ ਫਰਜ਼ ਬਣਦਾ ਸੀ, ਨੈਸ਼ਨਲ ਮੀਡੀਆ ਦਾ ਵੀ ਔਰ ਜਿਹੜਾ ਸਾਡਾ ਇੱਥੇ ਲੋਕਲ ਮੀਡੀਆ ਪੰਜਾਬ ਪੱਧਰ ਦਾ, ਉਸ ਨੂੰ ਵੀ ਇਹਦੀ ਗੱਲ ਕਰਨੀ ਚਾਹੀਦੀ ਸੀ ਕਿ ਤੁਸੀਂ ਇਹ ਦੇਖੋ ਅੱਜ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਜੇ ਮੇਰੀਆਂ ਚਿੱਠੀਆਂ ਦਾ ਜਵਾਬ ਨਾ ਦਿੱਤਾ ਤਾਂ ਮੈਂ ਸਰਕਾਰ ਭੰਗ ਕਰਨ ਦੀ ਸਿਫਾਰਿਸ਼ ਵੀ ਕਰ ਸਕਦਾ। ਲੇਕਿਨ ਦੂਸਰੇ ਪਾਸੇ ਲੋਕਾਂ ਵੱਲੋਂ ਚੁਣੀਆਂ ਹੋਈਆਂ ਸਾਡੀ ਜਿਹੜੀ ਵੱਡੀ ਜਮਹੂਰੀਅਤ ਹੈ ਉਹ ਸਾਡੀਆਂ ਪੰਚਾਇਤਾਂ ਨੇ, ਤੇ ਉਹਨਾਂ ਨੂੰ ਬਿਨਾਂ ਕੋਈ ਕਿਸੇ ਦੀ ਸਲਾਹ ਮਸ਼ਵਰਾ ਲਏ ਬਿਨਾਂ ਤੇ ਉਹਨਾਂ ਨੂੰ ਭੰਗ ਕਰ ਦਿੱਤਾ। ਤੇ ਬਾਅਦ 'ਚ ਕਿਹਾ ਗਿਆ ਕਿ ਸਾਡੇ ਅਫਸਰਾਂ ਦੀ ਗਲਤੀ ਸੀ, 2 IAS ਅਫਸਰ ਝਟਕਾਤੇ, ਤੀਸਰੇ ਨੂੰ ਵੀ ਝਟਕਾ, ਉਹਦੇ ਕੋਲ ਕੰਮ ਵਾਪਸ ਲੈ ਲਿਆ। ਪਰ ਜਿਨ੍ਹਾਂ ਦੇ ਉੱਤੇ ਦਸਤਕ ਸਨ ਉਹ ਮੁੱਖ ਮੰਤਰੀ ਸਾਹਿਬ ਸਨ, ਪੰਚਾਇਤ ਮੰਤਰੀ ਸਨ, ਲੇਕਿਨ ਉਹ ਦੱਸੋ ਕਿਵੇਂ ਦੋਸ਼ੀ ਨਹੀਂ ਹੈਗੇ? ਉਹਨਾਂ ਦੇ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜੀ ਮੈਂ ਹੁਣ ਸਵਾਲ ਜੋੜਦਾ ਆ ਕਿ ਠੀਕ ਹੈ ਕਿ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ 'ਤੇ ਪੁਨਰ ਵਿਚਾਰ ਕਰੇਗੀ ਕਿ ਇਹ ਜਿਹੜਾ ਇੱਕ ਚੋਣ ਇੱਕ ਦੇਸ਼ ਦੀ ਗੱਲ ਆ ਰਹੀ ਹੈ, ਇਹਦੇ ਵਿੱਚ ਕਿੰਨੀ ਦੂਰ ਤੱਕ ਜਾ ਕੇ ਸਮਰਥਨ ਦੇਣਾ ਤੇ ਜਾਂ ਕਿੱਥੇ ਜਾ ਕੇ ਆਪਣੇ ਹੱਕ ਹਕੂਕ ਦੀ ਪੰਜਾਬ ਦੀ ਗੱਲ ਕਰਨੀ ਆ, ਲੋਕਾਂ ਸਾਹਮਣੇ ਆ ਰਹੀ ਆ। ਪਰ ਲੋਕ ਇਸ ਗੱਲ 'ਤੇ ਸਵਾਲ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਦਾਂ ਦਾ ਫੈਸਲਾ ਦੇਣ ਲਈ ਲੈਣ ਤੋਂ ਪਹਿਲਾਂ ਪੰਜਾਬੀਅਤ ਤੇ ਸਿੱਖੀ ਬਾਰੇ ਸੋਚਣਾ ਚਾਹੀਦਾ, ਖਿੱਤੇ ਬਾਰੇ। ਪਰ ਇੱਕ ਗੱਲ ਆਪਾਂ ਨਾਲ ਦੇ ਸੂਬੇ ਹਰਿਆਣਾ ਦੀ ਜੇ ਕਰ ਲਈਏ ਕਿ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਅਲੱਗ ਹੋ ਜਾਣਾ, ਉੱਥੇ ਦੁਬਾਰਾ ਚੋਣਾਂ ਦੀ ਤਿਆਰੀ ਹੋਣਾ, ਔਰ ਪਿਛਲੇ ਦਿਨੀ ਜਿਸ ਤਰ੍ਹਾਂ ਕੁਝ ਸਿੱਖ ਆਗੂਆਂ ਵੱਲੋਂ ਇੱਕ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ, ਇਸ ਤਰ੍ਹਾਂ ਦਾ ਵਿਵਹਾਰ ਦਿਖਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੇ ਵਿੱਚ ਜਾਂ ਆਪਾਂ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਜੋੜਨ ਲਈ ਜਦੋਂ ਆਪਾਂ ਇੱਕ ਮੀਟਿੰਗ ਦੇ ਵਿੱਚ ਗਾਲੀ ਗਲੋਚ ਤੱਕ ਵੀ ਉਤਰ ਆਏ, ਇਹ ਸਾਰੀ ਘਟਨਾ ਨੂੰ ਹਰਿਆਣੇ ਵਾਲੀ ਨੂੰ ਤੁਸੀਂ ਕਿਵੇਂ ਦੇਖਦੇ? ਸਰਦਾਰ ਸਾਹਿਬ ਤੁਸੀਂ ਇਹ ਦੇਖੋ ਹਰਿਆਣੇ ਦੇ ਅੰਦਰ ਕੀ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਪਹਿਲਾਂ ਤਾਂ ਹੁੱਡਾ ਸਰਕਾਰ, ਜਿਹੜੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਸੀ, ਉਹਨਾਂ ਨੇ ਸਾਡੇ 2 ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ, ਜਥੇਦਾਰ ਦੀਦਾਰ ਸਿੰਘ ਨਲਵੀ ਤੇ ਜਥੇਦਾਰ ਝਿੰਡਾ ਸਾਹਿਬ ਜਗਦੀਸ਼ ਸਿੰਘ ਝਿੰਡਾ, ਇਹਨਾਂ ਦੋਨਾਂ ਨੂੰ ਕਾਂਗਰਸ ਨੇ ਪੁੱਟਿਆ ਔਰ ਉਹਨਾਂ ਨੂੰ ਲਾਲਚ ਵਸ ਕਰਕੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਹਰਿਆਣਾ ਦੇ ਵਿੱਚ ਇੱਕ ਵੱਖਰੀ ਕਮੇਟੀ ਬਣਾਓ ਤੇ ਅਸੀਂ ਤੁਹਾਨੂੰ ਮਾਨਤਾ ਦਿੰਦੇ ਹਾਂ। ਉਹ ਜਦੋਜਹਿਦ ਕਰਦੇ ਰਹੇ, ਸਾਡੇ ਨਾਲ ਲੜਦੇ ਰਹੇ, ਸਾਡੇ ਤੇ ਦੂਸ਼ਣਬਾਜ਼ੀ ਕਰਦੇ ਰਹੇ। ਸ਼੍ਰੋਮਣੀ ਕਮੇਟੀ ਨਾਲੋਂ ਆਪਣੇ ਆਪ ਨੂੰ ਅਲੱਗ ਹੋਣ ਲਈ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਤੇ ਅਖੀਰ ਜਦੋਂ ਕਾਂਗਰਸ ਨੇ ਉਹਨਾਂ ਨੂੰ ਪੂਰੀ ਸਪੋਰਟ ਦੇ ਦਿੱਤੀ ਤੇ ਉਹਨਾਂ ਨੇ ਅਡਹਾਕ ਕਮੇਟੀ ਉੱਥੇ ਬਣਾ ਲਈ ਤੇ ਇਹਨਾਂ ਨੇ ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਉਹਨੂੰ ਮਾਨਤਾ ਦੇ ਦਿੱਤੀ। ਜਿਵੇਂ ਹੁੱਡਾ ਸਰਕਾਰ ਗਈ ਤੇ ਨਾਲ ਹੀ ਝਿੰਡਾ ਸਾਹਿਬ ਤੇ ਨਲਵੀ ਸਾਹਿਬ ਵੀ ਚਲੇ ਗਏ ਤੇ ਬਾਅਦ ਦੇ ਵਿੱਚ ਆ ਗਏ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਦਾਦੂਵਾਲ ਸਾਹਿਬ ਅਜੇ ਆਪਣੀਆਂ ਤਿਆਰੀਆਂ ਹੀ ਕਰ ਰਹੇ ਸੀ
ਆਪਣੀਆਂ ਪਲੈਨਿੰਗ ਹੀ ਬਣਾ ਰਹੇ ਸੀ ਕਿ ਹੁਣ ਮੈਂ ਕੀ ਕਰਨਾ, ਕਿਵੇਂ ਕਰਨਾ। ਤੇ ਉਹਨਾਂ ਨੇ ਇਸ ਚੱਕਰ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਵੱਲੋਂ ਉਹਨਾਂ ਨੂੰ ਜਥੇਦਾਰ ਬਣਾਇਆ ਗਿਆ ਸੀ, ਉਹਦੇ ਤੋਂ ਵੀ ਅਸਤੀਫਾ ਦੇ ਦਿੱਤਾ। ਠੀਕ ਹੈ ਜੀ। ਤੇ ਉਹ ਸਰਬੱਤ ਖਾਲਸਾ ਵੱਲੋਂ ਉਹਨਾਂ ਨੂੰ ਤਲਵੰਡੀ ਸਾਬੋ ਤਖ਼ਤ ਸਾਹਿਬ ਦਾ ਜਿਹੜਾ ਉਹਨਾਂ ਨੇ ਜਥੇਦਾਰ ਬਣਾਇਆ ਸੀ। ਠੀਕ ਹੈ ਜੀ। ਤੇ ਉਹਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਮੰਡ ਸਾਹਿਬ ਇਕੱਲੇ ਰਹਿ ਗਏ। ਭਾਈ ਅਮਰੀਕ ਸਿੰਘ ਅਜਨਾਲਾ ਜਿਹੜੇ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਣਾਏ ਗਏ ਸੀ, ਉਹ ਵੀ ਅਸਤੀਫਾ ਦੇ ਗਏ। ਤੇ ਮੰਡ ਸਾਹਿਬ ਹੁਣ ਇਕੱਲੇ ਹੀ ਪਰਚੇ ਲੈ ਕੇ ਤੇ ਤੁਹਾਡੇ ਸਾਹਮਣੇ ਹੈ ਕਿ ਕਦੀ ਹੁਕਮਨਾਮਾ ਜਾਰੀ ਕਰ ਦਿੰਦੇ ਆ, ਕਦੀ ਕੁਝ ਕਰਦੇ ਆ। ਸੋ ਇਸ ਸਮੇਂ ਦੇ ਦਰਮਿਆਨ ਦਾਦੂਵਾਲ ਸਾਹਿਬ ਨੂੰ ਵੀ ਉਹਨਾਂ ਨੇ ਝਟਕਾਤਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਤੇ ਮਹੰਤ ਕਰਮਜੀਤ ਸਿੰਘ ਲੈ ਆਂਦਾ ਤੇ ਮਹੰਤ ਕਰਮਜੀਤ ਸਿੰਘ ਬਾਰੇ ਫਿਰ ਇਹ ਸਾਰੇ ਇਕੱਠੇ ਹੋ ਗਏ, ਦੂਸ਼ਣਬਾਜ਼ੀ ਲਾਉਣ ਲੱਗੇ ਕਿ ਵੇਖੋ ਜੀ ਇਹ ਮਹੰਤ ਹੈ। ਤੇ ਮੈਂ ਜੇ ਇੱਕ ਡਿਬੇਟ ਦੇ ਵਿੱਚ ਖੁਦ ਕਿਹਾ ਸੀ ਕਿ ਮਹੰਤਾਂ ਤੋਂ ਤਾਂ ਅਸੀਂ ਆਜ਼ਾਦ ਕਰਾਏ ਗੁਰਧਾਮ, ਤੇ ਮਹੰਤ ਸ਼ਬਦ ਚਾਹੇ ਚੰਗਾ ਚਾਹੇ ਮਾੜਾ, ਇਹ ਜਦੋਂ ਇੱਕ ਟਾਰਗੇਟ ਤੇ ਕੋਈ ਚੀਜ਼ ਆ ਜਾਵੇ ਤਾਂ ਫਿਰ ਉਸ ਸ਼ਬਦ ਜਦੋਂ ਮਹੰਤ ਸ਼ਬਦ ਨਾਲ ਜੁੜਦਾ ਹੈ ਤੇ ਆਪਣੇ ਆਪ ਹੀ ਇੱਕ ਸ਼ੱਕੀ ਗੱਲ ਬਣ ਜਾਂਦੀ ਕਿ ਮਹੰਤ ਨਰੈਣੂ ਦੀ ਆਪਾਂ ਗੱਲ ਕਰਦੇ ਹਾਂ, ਫਲਾਣੇ ਮਹੰਤ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਸਾਕਾ ਨਨਕਾਣਾ ਸਾਹਿਬ ਕੀਤਾ। ਤੇ ਕਿਤੇ ਮੌਜੂਦਾ ਸਰਕਾਰ ਇਹ ਜਿਹੜੇ ਮੌਜੂਦਾ ਮਹੰਤ ਨੇ ਕਰਮਜੀਤ ਸਿੰਘ ਇਹਨਾਂ ਕੋਲ ਕੋਈ ਗਲਤ ਕੰਮ ਨਾ ਕਰਾ ਦੇਵੇ। ਸੋ ਉਹੀ ਗੱਲ ਹੋਈ। ਪਰ ਸਿੱਖੀ ਵਿੱਚ ਤਾਂ ਇਦਾਂ ਦਾ ਵਿਤਕਰਾ ਨਹੀਂ ਮੰਨਿਆ ਜਾਂਦਾ। ਮੈਂ ਤੁਹਾਨੂੰ ਦੱਸਦਾ ਨਾ ਕੀ ਹੋਇਆ ਕਿ ਇਹ ਮੀਟਿੰਗ ਚੱਲ ਰਹੀ ਸੀ, ਤੁਸੀਂ ਵੀ ਦੇਖੀਏ। ਉਸ ਮੀਟਿੰਗ ਦੇ ਵਿੱਚ ਇੰਨਾ ਕੁ ਗਾਲੀ ਗਲੋਚ ਹੋਇਆ ਕਿ ਉੱਥੇ ਇੱਕ ਬੀਬੀ ਬੈਠੀ ਸੀ, ਉਹਦੀ ਹਾਜ਼ਰੀ ਦੇ ਵਿੱਚ ਧੀਆਂ ਭੈਣਾਂ ਦੀਆਂ ਇੱਕ ਦੂਸਰੇ ਨੂੰ ਗਾਲਾਂ ਕੱਢੀਆਂ ਗਈਆਂ, ਬਹੁਤ ਅਪਸ਼ਬਦ ਬੋਲੇ ਗਏ। ਤੇ ਉਸ ਤੋਂ ਬਾਅਦ ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਮੈਂ ਤਾਂ ਅਕਾਲ ਤਖ਼ਤ ਸਾਹਿਬ 'ਤੇ ਜਾਵਾਂਗਾ। ਦੂਸਰੀ ਧਿਰ ਵੀ ਅਕਾਲ ਤਖ਼ਤ ਸਾਹਿਬ 'ਤੇ ਚਲੀ ਗਈ। ਸਿੰਘ ਸਾਹਿਬ ਨੇ 5 ਮੈਂਬਰੀ ਕਮੇਟੀ ਬਣਾ ਦਿੱਤੀ ਕਿ ਜਿਹੜੀ ਜਾਂਚ ਕਰੇਗੀ। ਅੱਜ ਦੇ ਦਿਨ ਹੀ ਉਹ ਕਮੇਟੀ ਗਈ ਸੀ, ਲੇਕਿਨ ਮਹੰਤ ਕਰਮਜੀਤ ਸਿੰਘ ਨੇ ਉੱਥੇ ਆਉਣਾ ਹੀ ਮੁਨਾਸਬ ਨਹੀਂ ਸਮਝਿਆ। ਉਹ ਕਹਿੰਦਾ ਮੈਂ ਕਮੇਟੀ ਦੇ ਪੇਸ਼ ਹੀ ਨਹੀਂ ਹੋਣਾ। ਦੂਸਰੀ ਧਿਰ ਉੱਥੇ ਗਈ ਹੈ ਤੇ ਉਹਨਾਂ ਨੇ ਵੀ ਇਤਰਾਜ਼ ਕੀਤਾ ਕਿ ਦੇਖੋ ਜੀ ਅਸੀਂ ਆਏ ਹਾਂ, ਉਹ ਨਹੀਂ ਆਏ। ਤੇ ਉਹ ਅਜੇ ਰੌਲਾ ਗੋਲਾ ਵਿੱਚ ਹੀ ਹੈ। ਤੇ ਇਸੇ ਸਮੇਂ ਦਰਮਿਆਨ ਮਹੰਤ ਕਰਮਜੀਤ ਸਿੰਘ ਵੀ ਝਟਕਾ ਦਿੱਤਾ ਗਿਆ 2 ਦਿਨ ਪਹਿਲਾਂ, ਤੇ ਉਹਦੀ ਜਗ੍ਹਾ ਸਾਡੇ ਹੀ ਇੱਕ ਸੀਨੀਅਰ ਆਗੂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੜੇ ਸੀਨੀਅਰ ਮੈਂਬਰ ਸਨ, ਸਰਦਾਰ ਭੁਪਿੰਦਰ ਸਿੰਘ ਅਸੰਧ। ਤੇ ਅੱਜ ਮੈਂ ਸਵੇਰੇ ਪੜ੍ਹ ਰਿਹਾ ਸੀ ਕਿ ਅੱਜ ਉਹਨਾਂ ਨੂੰ ਇਹਨਾਂ ਨੇ ਨਾਮਜ਼ਦ ਕਰਤਾ ਤੇ ਉਹ ਇੱਧਰ ਸਾਡੇ ਵਾਲੇ ਪਾਸਿਓਂ ਅਸਤੀਫਾ ਦੇ ਕੇ ਤੇ ਹੁਣ ਉਹਨਾਂ ਨੇ ਉੱਧਰ ਉਹਨਾਂ ਨੂੰ ਪ੍ਰਧਾਨ ਬਣਾਤਾ। ਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਮੌਜੂਦਾ ਸਰਕਾਰਾਂ ਜਿਹੜੇ ਇਹ ਬੰਦੇ ਸਾਡੇ ਤੇ ਦੋਸ਼ ਲਾਉਂਦੇ ਸੀ, ਅੱਜ ਉਹ ਇੱਕ ਇੱਕ ਕਰਕੇ ਸਰਕਾਰ ਵਾਲੇ ਪਾਸੇ ਗਏ। ਫਿਰ ਸਰਕਾਰ ਨੇ ਹੀ ਇਹਨਾਂ ਨੂੰ ਵਾਰੀ-ਵਾਰੀ ਆਪਸ ਵਿੱਚ ਲੜਾਇਆ, ਗਾਲੀ ਗਲੋਚ ਕਰਾਇਆ। ਤੇ ਫਿਰ ਹੁਣ ਤੇ ਆਪਾਂ ਇਹ ਗੱਲ ਮੰਨੀਏ, ਤੁਸੀਂ ਬੜੇ ਫੈਡਰੇਸ਼ਨ 'ਚ ਕੰਮ ਕੀਤਾ ਆ ਵੀ ਜਿਹੜਾ ਸਾਡੀ ਆਪਣੀ ਭਾਟੋ ਧਾੜ, ਆਪਣਾ ਜਿਹੜਾ ਅਸੀਂ ਜੁੰਡ ਮਜੁੰਡੀ ਅਸੀਂ ਆਪ ਉਹਦੇ ਤੋਂ ਲੋਕੀ ਫਾਇਦਾ ਉਠਾਉਂਦੇ। ਫਿਰ ਇਸ ਗੱਲ ਕਹਿ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਜਿਹਨੂੰ ਹੋਂਦ ਵਿੱਚ ਲਿਆਉਣ ਲਈ ਐਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਤੇ ਮਤਭੇਦ ਸਾਡੇ ਵੀ ਰਹੇ ਆ, ਲੇਕਿਨ ਅਸੀਂ ਆਪਣੀ ਸੰਸਥਾ ਨੂੰ ਕਿਉਂ ਤੋੜੀਏ? ਆਪਣੀ ਸੰਸਥਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਹੁਣ ਤੁਸੀਂ ਦੇਖੋ ਰਾਜਸਥਾਨ ਦੇ ਵਿੱਚ ਸਿੱਖਾਂ ਨੂੰ ਉਹਨਾਂ ਨੇ ਬੁਲਾ ਕੇ ਆ ਜਿਹੜਾ ਸੁਖੀ ਰੰਧਾਵਾ ਨੇ, ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਇਹਨਾਂ ਨੂੰ ਉੱਥੇ ਅਬਜ਼ਰਵਰ ਲਾਇਆ। ਤੇ ਇਹਨਾਂ ਨੇ ਸਾਡੇ ਹੀ ਆਗੂ ਜਿਹੜੇ ਫੈਡਰੇਸ਼ਨ ਦੇ ਪੁਰਾਣੇ ਆਗੂ ਤੇਜਿੰਦਰਪਾਲ ਸਿੰਘ ਟਿੰਮਾ ਜਾਂ ਜਿਹੜੇ ਉਹਨਾਂ ਦੇ ਸਾਥੀ ਹੈ, ਉਹਨਾਂ ਨੂੰ ਬੜੇ ਲਾਲਚ ਦਿੱਤੇ ਕਿ ਤੁਸੀਂ ਆਓ ਜੀ, ਤੁਸੀਂ ਇੱਥੇ ਇੱਕ ਵਾਰ ਗੱਲ ਤਾਂ ਕਰੋ, ਅਸੀਂ ਤੁਹਾਨੂੰ ਇੱਥੇ ਵੀ ਹਰਿਆਣੇ ਵਾਂਗੇ ਕਮੇਟੀ ਬਣਾ ਦਿੰਦੇ ਹਾਂ। ਸੋ ਕਿਤੇ ਨਾ ਕਿਤੇ ਕਾਂਗਰਸ ਚਾਹੇ BJP ਚਾਹੇ ਆਮ ਆਦਮੀ ਪਾਰਟੀ, ਇਹਨਾਂ ਦਾ ਨਿਸ਼ਾਨਾ ਜਿਹੜਾ ਹੈ ਉਹ ਉਸੇ ਤਰ੍ਹਾਂ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅੰਗਰੇਜ਼ਾਂ ਵਾਂਗ ਇਹ ਸਾਰੇ ਦੇ ਉੱਪਰ ਕਬਜ਼ਾ ਕਰੀਏ। ਲੇਕਿਨ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ, ਮੈਂ ਨਹੀਂ ਕਹਿੰਦਾ ਅਸੀਂ ਦੁੱਧ ਧੋਤੇ ਹਾਂ, ਸਾਡੇ ਕੋਲ ਗਲਤੀਆਂ ਹੋਈਆਂ ਨੇ, ਗਲਤੀਆਂ ਮਨੁੱਖ ਕੋਲੋਂ ਹੋ ਜਾਂਦੀਆਂ, ਲੇਕਿਨ ਇਹਦਾ ਇਹ ਮਤਲਬ ਨਹੀਂਗਾ ਕਿ ਤੁਸੀਂ ਆਪਣਾ ਘਰ ਢਾਉਣਾ ਸ਼ੁਰੂ ਕਰ ਦਿਓ ਜਾਂ ਤੁਸੀਂ ਆਪਣੀ ਸੰਸਥਾ ਨੂੰ ਇੰਨਾ ਕੁ ਕਮਜ਼ੋਰ ਕਰ ਦਿਓ। ਅੱਜ ਜਿਹੜਾ ਵੀ ਸਿੱਖ ਬਾਹਰ ਬੈਠਾ, ਦੇਸ਼ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ 'ਚ ਬੈਠਾ, ਉਹਦਾ ਧਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਜਾਂਦਾ। ਜਦੋਂ ਵੀ ਉਹਦੇ 'ਤੇ ਕੋਈ ਵਿਪਤਾ ਆਉਂਦੀ ਹੈ, ਮਾਇਕ ਸਹਾਇਤਾ ਲੈਣੀ ਹੋਵੇ ਜਾਂ ਕਿਸੇ ਵੀ ਪੱਧਰ ਦੇ ਉੱਤੇ ਉਹਨੂੰ ਕਿਸੇ ਕਾਰਜ ਦੀ ਲੋੜ ਹੋਵੇ ਜਾਂ ਕੋਈ ਇੰਟਰਨੈਸ਼ਨਲ ਮੁੱਦਾ ਉੱਠਦਾ। ਆ ਬੀਤੇ ਦਿਨੀ ਇੱਕ ਫਿਲਮ ਯਾਰੀਆਂ 2 ਆਈ, ਉਹਦੇ ਵਿੱਚ ਇੰਨਾ ਬਕਵਾਸ ਕੀਤਾ ਗਿਆ। ਇੱਕ ਜਿਹੜਾ ਕਰੈਕਟਰ ਹੈ, ਜਿਹੜਾ ਅਭਿਨੇਤਾ ਹੈ, ਐਕਟਰ ਜਿਹੜਾ, ਉਹਨੇ ਆਪਣਾ ਸ੍ਰੀ ਸਾਹਿਬ ਸਿਰੋਂ ਮੋਨਾ
ਦਾੜੀ ਕੱਟੀ ਹੋਈ ਏ, ਸਿਰ ਤੇ ਕੋਈ ਦਸਤਾਰ ਨਹੀਂ ਹੈਗੀ ਤੇ ਸਿਰਗਟ ਲਾ ਰਿਹਾ, ਲੇਕਿਨ ਗੱਲ ਦੇ ਵਿੱਚ ਉਹਨੇ ਸ੍ਰੀ ਸਾਹਿਬ ਪਾਇਆ ਤੇ ਉਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਸ਼ਨ ਲਿਆ, ਸਾਡੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਐਕਸ਼ਨ ਲਿਆ ਤੇ 295 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਸੋ ਇਹ ਜਿਹੜੀਆਂ ਗੱਲਾਂ ਨੇ, ਬਹੁਤ ਸਾਰੇ ਮਸਲੇ ਨੇ। ਅੱਜ ਹੁਣ IAS, IPS, PCS, ਡਾਕਟਰ, ਇੰਜੀਨੀਅਰ, ਇਹਨਾਂ ਨੂੰ ਬਣਾਉਣ ਵਾਸਤੇ ਇੱਕ ਜਿਹੜੀ ਕੋਚਿੰਗ ਅਸੀਂ ਸ਼ੁਰੂ ਕੀਤੀ ਹੈ, ਉਹਦੀ ਮੈਂ ਕਹਿੰਦਾ ਕਿ ਤੁਹਾਨੂੰ ਵੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਜਦੋਂ ਅਸੀਂ ਦੇਖੋ ਪਿਛਲੇ ਸਮੇਂ ਤੇ ਸਾਡੇ ਇਲਜ਼ਾਮ ਕੀ ਸੀ ਕਿ ਗੁਰਦੁਆਰੇ ਬਣਾਏ ਜਾਂਦੇ ਆ, ਲੰਗਰ ਲਾਏ ਜਾਂਦੇ ਆ, ਲੇਕਿਨ ਵਿੱਦਿਅਕ ਖੇਤਰ ਦੇ ਵਿੱਚ, ਮੈਡੀਕਲ ਖੇਤਰ ਦੇ ਵਿੱਚ ਧਿਆਨ ਨਹੀਂ ਦਿੱਤਾ ਜਾਂਦਾ। ਸੋ ਹੁਣ ਅਸੀਂ ਉਸ ਪਾਸੇ ਬਹੁਤ ਜ਼ਿਆਦਾ ਵੱਡਾ ਧਿਆਨ ਦੇ ਰਹੇ ਹਾਂ, ਬਜਟ ਵੀ ਰੱਖਿਆ। ਮੈਂ ਇਹਦੇ ਨਾਲ ਸਵਾਲ ਜੋੜ ਦੇਵਾਂ ਪੀਰਮੰਦ ਜੀ, ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਤੇ ਪਿਛਲੇ ਸਮੇਂ ਤੇ ਬਹੁਤ ਲੋਕਾਂ ਨੇ ਕਿੰਤੂ ਪ੍ਰੰਤ ਕੀਤੀ ਆ, ਕਮੀਆਂ ਵੀ ਬਹੁਤ ਦੇਖਣ ਨੂੰ ਮਿਲੀਆਂ। ਪਰ ਜਿਵੇਂ ਪਿੱਛੇ ਜਦੋਂ ਹੜ੍ਹ ਦੀ ਸਥਿਤੀ ਪੰਜਾਬ 'ਚ ਪੈਦਾ ਹੋਈ ਆ, ਉੱਥੇ ਆਣ ਕੇ ਸ਼੍ਰੋਮਣੀ ਕਮੇਟੀ ਨੇ ਜੋ ਰੋਲ ਅਦਾ ਕੀਤਾ ਉਹ ਸਭ ਨੇ ਸਰਾਹਿਆ ਵੀ ਆ। ਜੇ ਵਿੱਦਿਅਕ ਖੇਤਰ ਦੇ ਵਿੱਚ ਇਸ ਵੇਲੇ ਵਧੀਆ ਕਰ ਰਹੀ ਆ ਤਾਂ ਉਹ ਲੋਕਾਂ ਵਾਕਿਆ ਸਰਾਹਿਆ ਵੀ, ਸਰਾਹੁਣਾ ਵੀ ਚਾਹੀਦਾ। ਪਰ ਇੱਕ ਗੱਲ ਮੰਨੀਏ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇਤਿਹਾਸ ਇਹ ਕਹਿੰਦਾ ਆ ਕਿ ਸਟੂਡੈਂਟ ਫੈਡਰੇਸ਼ਨਾਂ ਦੇ ਵਿੱਚੋਂ ਜਦੋਂ ਲੜਕੇ ਸਿੱਖ ਕੇ ਆਉਂਦੇ ਸੀਗੇ, ਫੈਡਰੇਸ਼ਨਾਂ ਦੇ ਵਿੱਚ ਕੰਮ ਕਰਕੇ ਜਦੋਂ ਅਕਾਲੀ ਦਲ ਦੇ ਵਿੱਚ ਆਉਂਦੇ ਸੀਗੇ, ਤਾਂ ਉਹ ਵਾਕਿਆ ਲੀਡਰਸ਼ਿਪ ਦੀ ਕੁਆਲਿਟੀ ਉਹਨਾਂ ਵਿੱਚ ਝਲਕਦੀ ਸੀ, ਜਿਹਦੇ ਵਿੱਚੋਂ ਹਜੇ ਤੱਕ ਤੁਸੀਂ ਜਿਹੜੇ ਜਿਵੇਂ ਬਲਟੋਹਾ ਸਾਹਿਬ ਹੋ ਗਿਆ, ਤੁਸੀਂ ਹੋ ਗਏ, ਗਰੇਵਾਲ ਸਾਹਿਬ ਹੋ ਗਏ, ਹੋਰ ਬਹੁਤ ਸਾਰੇ ਤੁਹਾਡੇ ਲੀਡਰ ਨੇ ਇੱਦਾਂ ਦੇ। ਪਰ ਸਮਾਂ ਬਦਲਿਆ ਕਿ ਰਾਜਨੀਤੀ ਨੇ ਜਦੋਂ ਕਰਵਟ ਖਾਧੀ ਤੇ ਆਪਣੀ ਇੱਕ ਸੋਈ ਨਾਂ ਦੀ ਸੰਸਥਾ ਬਣਾ ਕੇ, ਲੋਕ ਮੰਨਦੇ ਨੇ ਕਿ ਫੈਡਰੇਸ਼ਨ ਨੂੰ ਖਤਮ ਕਰਨ ਲਈ ਉਹ ਸੋਈ ਬਣਾਈ ਗਈ ਸੀ। ਪਿਛਲੇ ਦਿਨੀ ਯੂਨੀਵਰਸਿਟੀ ਦੇ ਵਿੱਚ ਚੋਣਾਂ ਹੋਈਆਂ ਨੇ, ਉੱਥੇ ਜਿਹੜਾ ਗਰੁੱਪ ਜਿੱਤਿਆ ਆ ਉਹ ਆਪਾਂ ਨੂੰ ਸਭ ਪਤਾ ਵੀ ਕਿਹੜੀ ਪਾਰਟੀ ਨਾਲ ਸੰਬੰਧਿਤ ਰੱਖਦਾ। ਸ਼੍ਰੋਮਣੀ ਅਕਾਲੀ ਦਲ ਦਾ ਉੱਥੇ ਸੋਈ ਗਰੁੱਪ ਸੀਗਾ। ਜਿਸ ਤਰ੍ਹਾਂ ਭਾਜਪਾ ਦਾ ਸਮਰਥਨ ਵਾਲਾ ਗਰੁੱਪ ਮੁੱਦੇ ਮੂੰਹ ਡਿੱਗਿਆ, ਸਰਕਾਰ ਕੇਂਦਰ ਦੇ ਵਿੱਚ ਹੈ, ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲਾ ਪੱਖ ਦੇਖੀਏ ਤਾਂ ਉਹਨਾਂ ਦਾ ਗਰੁੱਪ ਵੀ ਮੁੱਦੇ ਮੂੰਹ ਡਿੱਗਿਆ, ਪਰ ਮੂੰਹ ਕਿਸੇ ਨੇ ਸੋਈ ਨੂੰ ਵੀ ਨਹੀਂ ਲਾਇਆ। ਇਹ ਜਿਹੜੀ ਆਉਣ ਵਾਲੀ, ਜਿੱਥੋਂ ਸਾਡੀ ਪਨੀਰੀ, ਸਾਡੀ ਨਰਸਰੀ ਆਉਣੀ ਸੀਗੀ, ਉੱਥੇ ਅਸੀਂ ਹਜੇ ਬਹੁਤ ਥੱਲੇ ਬੈਠੇ ਹਾਂ। ਹਜੇ ਹਾਲਾਤ ਜਿਹੜੇ ਨੇ ਉਹ ਸੁਧਰ ਨਹੀਂ ਰਹੇ। ਕਿਵੇਂ ਲੱਗਦਾ ਕਿ ਨੌਜਵਾਨ ਕਿਵੇਂ ਆਉਣਗੇ ਫਿਰ? ਦੇਖੋ, ਇਹਦੇ ਵਿੱਚ ਇਹ ਆ ਕਿ ਬੀਤੇ ਦਿਨੀ ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਕੱਠਿਆਂ ਕਰਨ ਦਾ ਯਤਨ ਕੀਤਾ ਜੀ। ਉਸ ਯਤਨ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ 5 ਮੈਂਬਰੀ ਏਕਤਾ ਕਮੇਟੀ ਬਣਾਈ ਜੀ। ਮੈਨੂੰ ਲਿਆ ਮੈਂਬਰ, ਗਰੇਵਾਲ ਸਾਹਿਬ ਨੂੰ ਲਿਆ ਮੈਂਬਰ, ਮਹਿਤਾ ਸਾਹਿਬ ਨੂੰ, ਚਾਵਲਾ ਸਾਹਿਬ ਨੂੰ, ਫਿਰ ਆਪਣੇ ਬਲਟੋਆ ਸਾਹਿਬ ਸੀ। ਇਸ ਤਰ੍ਹਾਂ ਕਰਕੇ 5 ਮੈਂਬਰੀ ਕਮੇਟੀ ਉਦੋਂ ਬਣਾਈ ਗਈ। ਲੇਕਿਨ ਇਹ ਸਾਡੇ ਵਿੱਚ ਵੀ ਕਮੀ ਹੈ ਕਿ ਅਸੀਂ ਅਜੇ ਤੱਕ ਸਿਰ ਜੋੜ ਕੇ ਨਹੀਂ ਬੈਠੇ। ਦੂਜੇ ਪਾਸੇ ਜਿਹੜੀ SOI ਬਣਾਈ ਗਈ ਸੀ, ਜਦੋਂ ਇਹ ਬਣਾਈ ਗਈ ਸੀ ਉਦੋਂ ਮੈਂ ਇਹਦਾ ਵਿਰੋਧ ਕੀਤਾ ਸੀ। ਮੈਂ ਉਦੋਂ ਵੀ ਗੱਲ ਕਹੀ ਸੀ ਕਿ ਤੁਸੀਂ ਆਰਗੇਨਾਈਜੇਸ਼ਨ ਬਣਾਓ। ਅਸੀਂ ਕੋਈ ਵਿਰੋਧ ਇਸ ਗੱਲ ਦਾ ਨਹੀਂ ਕਰਦੇ ਕਿ ਕੋਈ ਆਰਗੇਨਾਈਜੇਸ਼ਨ ਬਣਨੀ ਨਹੀਂ ਚਾਹੀਦੀ, ਪਰ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ, ਇਹ ਇੱਕ ਇਸ ਤਰ੍ਹਾਂ ਦੀ ਜਮਾਤ ਹੈ ਜਿਵੇਂ ਨਰਸਰੀ ਹੈ ਨਾ, ਨਰਸਰੀ ਦੇ ਵਿੱਚ ਪੌਦੇ ਲਗਾਏ ਜਾਂਦੇ ਆ ਅਤੇ ਫਿਰ ਉਹ ਪੌਦੇ ਉੱਥੋਂ ਪੱਟ ਕੇ ਅਤੇ ਉਹਨੂੰ ਲਗਾਇਆ ਜਾਂਦਾ, ਖੇਤਾਂ 'ਚ ਲਿਜਾਓ ਜਾਂ ਗਾਰਡਨ 'ਚ ਲਗਾਓ ਜਾਂ ਕਿਤੇ ਵੀ ਲਗਾਓ, ਤਾਂ ਫਿਰ ਉਹ ਛਾਂ ਵੀ ਦਿੰਦੇ ਆ, ਫਲ ਵੀ ਦਿੰਦੇ ਆ, ਫੁੱਲ ਵੀ ਉਹਨਾਂ ਦੇ ਮਹਿਕਦੇ ਆ। ਇਸੇ ਤਰ੍ਹਾਂ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ, ਸਾਡੇ ਜਿੰਨੇ ਵੀ ਨੌਜਵਾਨ ਨੇ ਜਿਹੜੇ ਅੱਜ ਚਲੋ ਸਾਡੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਅਤੇ ਅਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਕਰ ਰਹੇ ਹਾਂ, ਪਰ ਸਾਡੇ ਕੋਲ ਤੁਸੀਂ ਦੇਖੋ ਕਿ ਇੰਨਾ ਤਜਰਬਾ, ਅਸੀਂ ਸੰਘਰਸ਼ ਲੜਿਆ, ਜੇਲ੍ਹਾਂ ਕੱਟੀਆਂ, ਅਸੀਂ ਹਰ ਉਹ ਕਦਮ ਚੱਕਿਆ ਜਿਹਦੇ ਨਾਲ ਸਮਾਜ ਦੀ ਭਲਾਈ ਹੋਵੇ, ਜਿਹਦੇ ਨਾਲ ਪੰਥ ਦਾ ਭਲਾ ਹੋਵੇ, ਜਿਹਦੇ ਨਾਲ ਜਿਹੜਾ ਸਾਡਾ ਨੇਸ਼ਨ ਦੇ ਵਿੱਚ ਸਾਡੀ ਇੱਕ ਮੰਗ ਹੈ ਕਿ ਅਸੀਂ ਇੱਕ ਸੰਕਲਪ ਲੈ ਕੇ ਚੱਲੇ ਹਾਂ ਕਿ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਹੈ, ਉੱਥੇ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਉਸ ਦੇ ਉੱਤੇ ਅਸੀਂ ਪਹਿਰਾ ਦਈਏ, ਕਿਉਂਕਿ ਰਾਜ ਕਰੇਗਾ ਖਾਲਸਾ ਦਾ ਜਿਹੜਾ ਸੰਕਲਪ ਹੈ, ਇਹ ਸਿਰਫ ਅਸੀਂ ਅਰਦਾਸ ਦੇ ਵਿੱਚ ਜਿੱਥੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਉੱਥੇ ਨਾਲ ਨਾਲ ਸਾਡਾ ਸੰਕਲਪ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਸਾਡੀਆਂ ਖਾਲਸਈ ਰਾਹੂ ਰੀਤਾਂ ਨੇ, ਜਿਹਦੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਇੱਕ ਰਾਜ ਸਥਾਪਿਤ ਕੀਤਾ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸਥਾਪਿਤ ਕੀਤਾ। ਸਮੇਂ-ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ, ਲੇਕਿਨ ਇੱਕ ਜਿਹੜਾ ਪੰਥਕ ਜਜ਼ਬੇ ਵਾਲਾ ਜਿਹੜੀ ਇੱਕ ਭਾਵਨਾ ਹੈ, ਉਸ ਤਹਿਤ ਅਸੀਂ ਇਸ ਆਪਣੇ ਖਿੱਤੇ ਦੇ ਵਿੱਚ ਇੱਕ ਆਪਣਾ ਜਲਾਓ ਜਿਹੜਾ ਇੱਕ ਜਲਵਾ ਹੈ, ਉਸ ਨੂੰ ਉਸੇ ਤਰ੍ਹਾਂ ਹੀ ਲਾਮਬੰਦ ਕਰਕੇ ਰੱਖੀਏ। ਸੋ ਉਸ ਦੇ ਲਈ ਸਾਡੀ ਇੱਕ ਕੋਸ਼ਿਸ਼ ਹੈ, ਉਹ ਨਿਰੰਤਰ ਜਿਹੜੀ ਹੈ ਅੱਜ ਵੀ ਜਾਰੀ ਹੈ। ਲੇਕਿਨ ਅਸੀਂ ਡੈਮੋਕ੍ਰੇਟਿਕ ਢੰਗ ਤਰੀਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆ, ਉਹਦੇ ਉੱਤੇ ਹਮੇਸ਼ਾ ਚੱਲੇ ਹਾਂ ਅਤੇ ਉਸ ਦੇ ਉੱਤੇ ਚੱਲਦੇ ਰਹਿਣਾ।
ਪਰ ਜਿਹੜੇ ਲੋਕ ਅੱਜ ਸਾਨੂੰ ਇਹ ਸਵਾਲ ਕਰਦੇ ਆ ਕਿ ਤੁਸੀਂ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਧਰ ਚਲਾ ਗਿਆ, ਸ਼੍ਰੋਮਣੀ ਅਕਾਲੀ ਦਲ ਕਿਤੇ ਨਹੀਂ ਗਿਆ। ਸ਼੍ਰੋਮਣੀ ਅਕਾਲੀ ਦਲ ਅੱਜ ਵੀ ਉਸੇ ਤਰ੍ਹਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਦੇ ਵਿੱਚ ਸੀ, ਲੇਕਿਨ ਜਿੱਥੇ ਸਾਡੀਆਂ ਕਮੀਆਂ ਆਈਆਂ, ਕੋਈ ਵਿੱਚ ਕ੍ਰੀਤੀਆਂ ਆਈਆਂ, ਉਹਨਾਂ ਨੂੰ ਅਸੀਂ ਦੂਰ ਕਰ ਲਵਾਂਗੇ। ਜਹਦਰ ਜੀ, ਜੇ ਆਪਾਂ ਇਹ ਗੱਲ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਫੈਡਰੇਸ਼ਨ ਦੇ ਲਾਏ ਹੋਏ ਪੌਦੇ ਮਹਿਕਦੇ ਆ, ਫਲ ਦੇ ਰਹੇ ਆ, ਫੁੱਲ ਦੇ ਰਹੇ ਆ, ਕੀ ਆਉਣ ਵਾਲੇ ਸਮੇਂ ਦੇ ਵਿੱਚ ਸੋਈ ਦਾ ਤੇ ਫੈਡਰੇਸ਼ਨ ਦਾ ਕੋਈ ਰਲੇਵਾਂ ਹੋ ਸਕਦਾ? ਦੂਸਰਾ, ਕੀ ਫੈਡਰੇਸ਼ਨ ਦੇ ਜਿਹੜੇ ਆਉਣ ਵਾਲੇ ਜਿਹੜੇ ਦਿਹਾੜੇ ਆ, ਤੁਹਾਡੀਆਂ ਵਰ੍ਹੇਗੰਢਾਂ ਆ, ਉਹ ਤੁਸੀਂ ਮਨਾ ਰਹੇ ਦੁਬਾਰਾ? ਬਿਲਕੁਲ ਜੀ, ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਿਹੜਾ ਸਥਾਪਨਾ ਦਿਵਸ ਹੈ ਉਹ 13 ਸਤੰਬਰ ਨੂੰ ਗੁਰੂ ਨਾਨਕ ਮਿਸ਼ਨ ਚੌਂਕ ਜਲੰਧਰ ਸਥਿਤ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਅਸੀਂ ਮਨਾ ਰਹੇ ਹਾਂ। ਬੜੇ ਚੜ੍ਹਦੀ ਕਲਾ ਨਾਲ ਬਣਾ ਰਹੇ ਹਾਂ ਔਰ ਪੰਥ ਦੀਆਂ ਸਰਮੌਰ ਸ਼ਖਸੀਅਤਾਂ ਉਹਦੇ ਵਿੱਚ ਸ਼ਮੂਲੀਅਤ ਕਰਨਗੀਆਂ, ਵਿਦਿਆਰਥੀ ਆਉਣਗੇ ਅਤੇ ਜਿਹੜੇ ਸਾਡੇ ਪੰਥਕ ਵਿਦਵਾਨ ਉਹਨਾਂ ਨੂੰ ਸੰਬੋਧਨ ਕਰਨਗੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼੍ਰੋਮਣੀ ਯੂਥ ਅਕਾਲੀ ਦਲ ਹੈ, ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀ ਬਣਾਈ ਗਈ ਹੈ SOI, ਉਹ ਹੈਗੀ ਹੈ। ਲੇਕਿਨ ਜਿਹੜਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇੱਕ ਇਤਿਹਾਸ ਹੈ ਵੱਖਰਾ, ਇੱਕ ਨਿਰਾਲਾ ਇਤਿਹਾਸ ਹੈ ਜਿਹਦੇ ਵਿੱਚ ਵੱਡੀਆਂ ਸ਼ਹੀਦੀਆਂ, ਭਾਈ ਅਮਰੀਕ ਸਿੰਘ ਜੀ ਨੇ ਸ਼ਹਾਦਤ ਦਿੱਤੀ, ਕਿੰਨੇ ਹੋਰ ਸਾਡੇ ਯੋਧਿਆਂ ਨੇ ਸ਼ਹਾਦਤਾਂ ਦਿੱਤੀਆਂ। ਜਿੱਥੇ ਸਾਨੂੰ ਹਕੂਮਤ ਨੇ ਮਾਰਿਆ ਉੱਥੇ ਸਾਡੇ ਆਪਣੇ ਲੋਕਾਂ ਨੇ ਵੀ, ਜਿਨ੍ਹਾਂ ਨਾਲ ਸਾਡੇ ਵਿਚਾਰਧਾਰਕ ਮਤਭੇਦ ਸੀ, ਉਹਦੇ ਚੱਲਦਿਆਂ ਭਾਈ ਰਮਿੰਦਰ ਸਿੰਘ ਸੰਧੂ ਵਰਗਿਆਂ ਦਾ ਕਤਲ ਹੋਇਆ, ਭਾਈ ਸੁਖਵੰਤ ਸਿੰਘ ਅੱਕਾਂ ਵਾਲੀ, ਭਾਈ ਬਲਦੇਵ ਸਿੰਘ ਹੋਠੀਆਂ, ਭਾਈ ਸੁਖਰਾਜ ਸਿੰਘ ਰਟੌਲ, ਭਾਈ ਜਰਨੈਲ ਸਿੰਘ ਵਾਈਆਂ, ਇਸੇ ਤਰ੍ਹਾਂ ਭਾਈ ਹਰਦਿਆਲ ਸਿੰਘ ਹਰੀਕੇ, ਭਾਈ ਜਰਨੈਲ ਸਿੰਘ ਬੋਤੀਆਂ ਵਾਲਾ, ਕਿੰਨੇ ਹੀ ਸਾਡੇ ਨੌਜਵਾਨ ਜਿਹੜੇ ਮੇਰੇ ਸਾਥੀ ਸਨ ਉਹ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਆ। ਸੋ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਅੱਜ ਇੱਕ ਰੌਸ਼ਨ ਦਿਮਾਗ ਕਿਤਾਬ ਭਾਈ ਬਲਜੀਤ ਸਿੰਘ ਖਾਲਸਾ ਨੇ ਲਿਖੀ ਹੈ, ਉਹ ਤੁਸੀਂ ਪੜ੍ਹਿਓ, ਮੈਂ ਤੁਹਾਨੂੰ ਦਿਆਂਗਾ ਵੀ। ਉਸ ਕਿਤਾਬ ਦੇ ਵਿੱਚ ਬਹੁਤ ਸੰਘਰਸ਼ ਦੀਆਂ ਗੱਲਾਂ ਹੋਈਆਂ ਨੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੋਈ ਵੀ ਆਰਗੇਨਾਈਜੇਸ਼ਨ ਬਣੇ, ਉਹ ਸ਼੍ਰੋਮਣੀ ਅਕਾਲੀ ਦਲ ਉਹਨੂੰ ਵੀ ਸਾਥ ਸਹਿਯੋਗ ਦੇਵੇਗਾ, ਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਣਮੱਤਾ ਇਤਿਹਾਸ ਹੈ, ਇਵੇਂ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇੱਕ ਵਿਲੱਖਣ ਇਤਿਹਾਸ ਹੈ। ਜਿਹੜੇ ਜੇ ਰਲ ਕੇ ਚੱਲਣਗੀਆਂ, ਰਲੇਵਾਂ ਹੋ ਜੂ ਤਾਂ ਹੋਰ ਤਾਕਤ ਨਹੀਂ ਵੱਧ ਜੂ? ਨਹੀਂ, ਰਲੇਵਾਂ ਇਹ ਆ ਕਿ ਇੱਕ ਦੂਜੇ ਦੇ ਪੂਰਵਕ ਵੇਖੋ ਕੀ ਹੈ ਕਿ ਫੈਡਰੇਸ਼ਨ ਇਕੱਲੀ ਵਿਦਿਆਰਥੀ ਜਥੇਬੰਦੀ ਨਹੀਂ, ਉਹ ਬਾਹਰ ਵੀ ਕੰਮ ਕਰਦੀ। ਅੱਜ ਵੀ ਜਿਹੜੇ ਭਾਈ ਅਮਰੀਕ ਸਿੰਘ ਜੀ ਦੇ ਜਿਹੜੇ ਭਤੀਜੇ ਨੇ, ਭਾਈ ਮਨਜੀਤ ਸਿੰਘ ਦੇ ਬੇਟੇ ਕੰਵਰ ਚੜ੍ਹਤ ਸਿੰਘ, ਉਹਨਾਂ ਦਾ ਵੀ ਆਪਣਾ ਇੱਕ ਗਰੁੱਪ ਹੈ। ਅਮਰਵੀਰ ਸਿੰਘ ਢੋਟ ਨੇ, ਉਹ ਵੀ ਉਹਨਾਂ ਦਾ ਆਪਣਾ ਇੱਕ ਗਰੁੱਪ ਹੈ। ਗੁਰਚਰਨ ਸਿੰਘ ਗਰੇਵਾਲ, ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ। ਲੇਕਿਨ ਇਹ ਸਾਰੇ ਗਰੁੱਪ ਅਸੀਂ ਇਕੱਠੇ ਕਰਨਾ ਚਾਹੁੰਦੇ ਹਾਂ, ਇੱਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬਣੇ, ਮਤਲਬ ਸਾਂਝਾ ਪ੍ਰੋਗਰਾਮ ਬਣ ਸਕਦਾ, ਪ੍ਰੋਗਰਾਮ ਬਣੇ। ਠੀਕ ਹੈ ਜੀ। ਨਾਲ ਹੀ ਅਸੀਂ ਜਿਹੜੀ ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਜਿਹੜੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਇੱਕ ਸਿੱਖੀ ਸਿਧਾਂਤ, ਸਿੱਖੀ ਸੋਚ ਦਾ ਪਹਿਰਾ ਦੇਣ ਵਾਲੇ ਜਿਹੜੇ ਨੌਜਵਾਨ ਨੇ, ਉਹਨਾਂ ਨੂੰ ਅਸੀਂ ਗੁਰਬਾਣੀ ਨਾਲ ਜੋੜੀਏ, ਸਿੱਖੀ ਸਿਧਾਂਤਾਂ ਦੇ ਨਾਲ ਜੋੜੀਏ, ਪੰਥਕ ਜਜ਼ਬੇ ਨਾਲ ਜੋੜੀਏ। ਹੁਣ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ 13 ਸਤੰਬਰ ਨੂੰ ਫੈਡਰੇਸ਼ਨ ਦੀ ਵਰ੍ਹੇਗੰਢ ਇੱਥੇ ਮਨਾ ਰਹੇ ਹਾਂ ਜਲੰਧਰ ਦੇ ਵਿੱਚ, 13 ਸਤੰਬਰ ਨੂੰ 79 ਸਾਲ ਹੋ ਜਾਣੇ ਆ। ਸੋ ਤੁਸੀਂ ਦੇਖੋ ਕਿ ਐਡਾ ਵੱਡਾ ਇਤਿਹਾਸ, ਤੇ ਇਹਦਾ ਜੇ ਤੁਸੀਂ ਕਹੀਏ ਕਿ ਕਿਸੇ ਨਾਲ ਰਲੇਵਾਂ ਹੋ ਜਾਏਗਾ, ਇਹਦਾ ਤਾਂ ਰਲੇਵਾਂ ਇਹਦੇ ਵਿੱਚ ਰਲੇਵਾਂ ਆ ਸਕਦਾ, ਕੋਈ ਵੀ ਆ ਸਕਦਾ ਜਿਹੜਾ ਇਹਦੇ ਸਿਧਾਂਤਾਂ ਨੂੰ, ਇਹਦੀ ਸੋਚ ਨੂੰ ਪਰਨਾਇਆ ਹੋਵੇ। ਮੈਂ ਸੱਤਾ ਨੂੰ ਲੈ ਕੇ ਇੱਕ ਸਵਾਲ ਕਰਾਂਗਾ ਕਿ ਜਿਵੇਂ ਕਿ ਇੰਡੀਆ ਨਾਂ ਦਾ ਇੱਕ ਗੱਠਜੋੜ ਬਣਿਆ, ਪਿੱਛੇ ਦਾ ਇੱਕ ਰੌਲਾ ਪੈ ਰਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੱਦਾ ਆਇਆ, ਉਹ ਗੱਲ ਹਜੇ ਹੋਈ ਪਰੇ ਹੋ ਗਈ, ਕਰ ਦਿੱਤਾ। ਕਿਵੇਂ ਦੇਖਦੇ ਹੋ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸ਼ੀਲਾ ਦੀਕਸ਼ਤ ਦੇ ਰਾਜ ਨੂੰ ਭੰਡ ਕੇ ਵੀ ਕਰਪਟ ਪਾਰਟੀ ਆ, ਅਤੇ ਉੱਥੇ ਉਹਨਾਂ ਦਾ ਰਾਜ ਸਥਾਪਿਤ ਹੋਇਆ, ਲਗਾਤਾਰ ਉਹ ਜਿੱਤ ਵੀ ਰਹੇ ਨੇ। ਪੰਜਾਬ ਵਿੱਚ ਵੀ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਚੰਨੀ ਦੀ ਸਰਕਾਰ ਨੂੰ ਭੰਡ ਕੇ ਮਤਲਬ ਆਮ ਆਦਮੀ ਪਾਰਟੀ ਦਾ ਰਾਜ ਆ, 92 ਵਿਧਾਇਕ ਵੀ ਬਣ ਗਏ। ਪਰ ਉੱਪਰਲੇ ਪੱਧਰ 'ਤੇ ਵੱਡੀ ਲੜਾਈ ਨੂੰ ਦੇਖਦੇ ਹੋਏ ਦੋਨੇ ਪਾਰਟੀਆਂ ਦਾ ਗੱਠਜੋੜ ਹੋ ਗਿਆ। ਪੰਜਾਬ ਦੇ ਵਿੱਚ ਉਸ ਗੱਠਜੋੜ ਨੂੰ ਕੀ ਮੁੱਲ ਪਵੇਗਾ ਉਹਦਾ, ਜਾਂ ਗੱਠਜੋੜ ਜਿਹੜਾ ਆ ਲੋਕ ਪ੍ਰਵਾਨ ਕਰ ਲੈਣਗੇ? ਦੇਖੋ, ਲੋਕਾਂ ਨੂੰ ਇਹ ਬੇਵੱਸ ਕਰ ਰਹੇ ਨੇ। BJP ਜਿੱਥੇ ਫਿਰਕਾ ਪ੍ਰਸਤੀ ਦਾ ਪੱਤਾ ਖੇਡ ਰਹੀ ਹੈ ਕਿ ਫਿਰਕੂ ਧਰੂਵੀਕਰਨ ਕਰਕੇ ਸਾਰੇ ਦੇਸ਼ ਦੇ ਜਿਹੜੇ ਲੋਕਾਂ ਨੂੰ ਉਹ ਕਹਿ ਰਹੇ ਕਿ ਹਿੰਦੂ, ਹਿੰਦੀ ਅਤੇ ਹਿੰਦੁਸਤਾਨ, ਅਤੇ ਉਹ ਇੱਕ ਨਾਅਰਾ ਦੇ ਰਹੇ ਨੇ ਕਿ ਵੇਖੋ ਮੋਦੀ ਸਾਹਿਬ ਇੱਕ ਅਵਤਾਰ ਆਏ ਨੇ ਅਤੇ ਇਹਨਾਂ ਦੀ ਅਗਵਾਈ ਦੇ ਵਿੱਚ ਤੁਸੀਂ ਸਾਰੇ ਇਕੱਠੇ ਹੋਵੋ।
ਉਹਨਾਂ ਦੀ ਤਾਂ ਨੀਤੀ ਇਹ ਬਿਲਕੁਲ ਫਿਰਕੂ ਪੱਤਾ। ਵੱਡੇ ਜਿਹੜੀਆਂ ਇੱਥੇ ਘਟਨਾਵਾਂ ਦੇਸ਼ ਦੇ ਵਿੱਚ ਵਾਪਰੀਆਂ, ਤੁਸੀਂ ਦੇਖਿਆ ਨੂੰਹ ਦੇ ਵਿੱਚ ਕੀ ਹੋਇਆ, ਫਿਰ ਮਣੀਪੁਰ ਦੇ ਵਿੱਚ ਕੀ ਹੋਇਆ, ਥਾਂ ਥਾਂ ਦੇ ਉੱਤੇ ਮੌਬ ਜਿਹੜਾ ਉਹ ਇਕੱਠਾ ਹੋ ਕੇ ਕਿਵੇਂ ਘੱਟ ਗਿਣਤੀ ਦੇ ਲੋਕ, ਚਾਹੇ ਮੁਸਲਮਾਨ ਹੋਣ, ਚਾਹੇ ਸਿੱਖ ਹੋਣ, ਚਾਹੇ ਈਸਾਈ ਹੋਣ, ਉਹਨਾਂ ਦੇ ਉੱਤੇ ਕਿਵੇਂ ਉਹ ਅਟੈਕ ਕਰਦੇ ਆ। ਉਹ ਤਾਂ ਇੱਕ ਅਲੱਗ ਪਹਿਲੂ ਹੈ। ਜਿਹੜਾ ਇੰਡੀਆ ਗੱਠਜੋੜ ਹੈ, ਇਹ ਤੁਸੀਂ ਇਹ ਦੇਖੋ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਹਿਲੀ ਵਾਰੀ ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਸਰਕਾਰ ਬਣਾਈ ਸੀ, ਤਾਂ ਸਰਕਾਰ ਬਣਾਉਣ ਤੋਂ ਪਹਿਲਾਂ ਉਹਨਾਂ ਕਿਹਾ ਸੀ ਕਿ ਮੈਂ ਆਪਣੇ ਬੱਚੋं की कसम खाता हूँ कि मैं कभी भी कांग्रेस के साथ समझौता नहीं करूँगा। तो कुछ ही दिनों बाद ਉਸੇ ਕਾਂਗਰਸ ਤੋਂ ਸਮਰਥਨ ਲੈ ਕੇ, ਸ਼ੀਲਾ ਦੀਕਸ਼ਤ ਤੋਂ ਸਮਰਥਨ ਲੈ ਕੇ ਤੇ ਉਹਨਾਂ ਨੇ 14 ਦਿਨ ਆਪਣੀ ਸਰਕਾਰ ਬਣਾਈ। ਉਹ ਸਰਕਾਰ ਚਲੀ ਗਈ। ਦੇਖੋ ਮੈਂ ਇੱਥੇ ਬੇਵਸੀ ਕੀ ਕਹਿ ਰਿਹਾ, ਜਨਤਾ ਨੂੰ ਅੱਜ ਰੋਟੀ, ਕੱਪੜਾ ਤੇ ਮਕਾਨ ਤੇ ਬੇਰੁਜ਼ਗਾਰੀ ਦੇ ਆਲਮ ਦੇ ਵਿੱਚੋਂ ਬਾਹਰ ਨਿਕਲਣ ਲਈ ਕੋਈ ਵੀ ਉਹ ਸਮਝਦੇ ਆ ਕਿ ਕੋਈ ਬੰਦਾ ਇਸ ਤਰ੍ਹਾਂ ਆ ਜਾਵੇ ਜਿਹੜਾ ਸਾਨੂੰ ਇਹ ਕਰੇ। ਹੁਣ ਸਾਡੇ ਨਾਲ ਕੀ ਹੋਇਆ, ਇੱਥੇ ਇਹਨਾਂ ਨੇ ਕਿਹਾ ਜੀ ਵੇਖੋ ਜੀ ਇੰਨੇ ਚਿਰ ਤੋਂ ਅਕਾਲੀ ਸਰਕਾਰ ਬਣਦੀ ਰਹੀ ਹੈ, ਕਾਂਗਰਸ ਸਰਕਾਰ ਬਣਦੀ ਰਹੀ ਹੈ, ਤੁਸੀਂ ਸਾਨੂੰ ਇੱਕ ਮੌਕਾ ਦਿਓ। ਉਹ ਮੌਕਾ ਲੈਂਦੇ ਇਹਨਾਂ ਨੇ ਹੁਣ ਵੀ ਇਹਨਾਂ ਨੇ ਇਹੋ ਹੀ ਨਾਅਰਾ ਦਿੱਤਾ ਕਿ ਅਸੀਂ ਦੇਸ਼ ਦੇ ਵਿੱਚ ਸਵਰਾਜ ਲੈ ਕੇ ਆਵਾਂਗੇ। ਪਰ ਕਿਵੇਂ ਲੈ ਕੇ ਆਓਗੇ? ਤੁਸੀਂ ਦੇਖੋ ਉਹਨਾਂ ਭ੍ਰਿਸ਼ਟ ਲੋਕਾਂ ਨੂੰ ਜਿਨ੍ਹਾਂ ਦੀਆਂ ਤੁਸੀਂ ਫਾਈਲਾਂ ਕੱਢ ਕੇ, ਪੰਜਾਬ ਦੀ ਗੱਲ ਕਰ ਲਓ, ਪਹਿਲੀ ਗੱਲ ਤਾਂ ਕਿ ਇੱਥੋਂ ਦੀ ਸਾਰੀ ਕੈਬਨਿਟ ਬੀਜੇਪੀ ਚਲੀ ਗਈ। ਉਹ ਵੀ ਕਹਿੰਦੇ ਸੀ ਕਾਂਗਰਸ ਬੜੀ ਭ੍ਰਿਸ਼ਟ ਹੈ। ਸਾਰੇ ਉਹਨਾਂ ਦੇ ਲੀਡਰ ਸੁਨੀਲ ਜਾਖੜ ਤੋਂ ਲੈ ਕੇ ਜਿੰਨੇ ਵੀ ਉਹਨਾਂ ਦੇ ਹੈਗੇ ਸੀ ਲੀਡਰ, ਸਾਰੇ ਉਹਨਾਂ ਨੇ ਆਪਣੇ ਵਿੱਚ ਲੈ ਗਏ ਉੱਧਰ ਬੀਜੇਪੀ 'ਚ। ਜਿਹੜੇ ਹੁਣ ਬਚੇ ਖੁਸ਼ੇ ਆ, ਉਹ ਇਹ ਗੱਲ ਕਹਿ ਰਹੇ ਕਿ ਅਸੀਂ ਤਾਂ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ, ਅਸੀਂ ਹਾਈ ਕਮਾਂਡ ਨੂੰ ਅਪੀਲਾਂ ਕਰਦੇ ਹਾਂ, ਚਾਹੇ ਰਾਜਾ ਵੜਿੰਗ ਹੋਵੇ, ਉਹਦੇ 'ਤੇ ਵੀ ਕਰਪਸ਼ਨ ਦੀ ਗੱਲ ਚੱਲ ਰਹੀ ਹੈ, ਮਨਪ੍ਰੀਤ ਬਾਦਲ ਹੋਵੇ, ਉਹਦੇ 'ਤੇ ਵੀ ਗੱਲ ਚੱਲ ਰਹੀ ਹੈ, ਪ੍ਰਤਾਪ ਸਿੰਘ ਬਾਜਵਾ ਚਲੋ ਅਜੇ ਬਚੇ ਹੋਏ ਨੇ, ਸੁਖਪਾਲ ਸਿੰਘ ਖਹਿਰਾ ਨੇ, ਜਿਹੜੇ ਇਹ ਬੰਦੇ ਆ ਇਹ ਗੱਲ ਕਹਿ ਰਹੇ ਆ ਕਿ ਅਸੀਂ ਤਾਂ ਉਹਨਾਂ ਦੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦੇ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਹੈ। ਦੂਜੇ ਪਾਸੇ ਉੱਪਰ ਸਮਝੌਤਾ ਵੀ ਹੋ ਗਿਆ ਅਤੇ ਕਮੇਟੀ ਵੀ ਬਣ ਗਈ ਹੈ। ਅਤੇ ਲੋਕਾਂ ਨੂੰ ਮੈਂ ਇਹ ਗੱਲ ਕਹਿ ਰਿਹਾ ਕਿ ਤੁਸੀਂ ਦੇਖੋ ਜਿਹੜੇ ਅੱਜ ਪਿਛਲੇ ਸਮੇਂ 'ਚ ਸਾਨੂੰ ਸਵਾਲ ਉਠਾਉਂਦੇ ਸੀ ਕਿ ਤੁਹਾਡਾ ਜੀ ਬੀਜੇਪੀ ਨਾਲ ਗੱਠਜੋੜ ਹੈ, ਤੁਸੀਂ ਵੇਖੋ ਜੀ ਉਹਨਾਂ ਨਾਲ ਕਿਉਂ ਗੱਠਜੋੜ ਕੀਤਾ ਆ। ਅਸੀਂ ਤਾਂ ਗੱਠਜੋੜ ਤੋੜ ਲਿਆ, ਅਸੀਂ ਉਹਦੇ ਵਿੱਚ ਗੱਠਜੋੜ ਤੋੜ ਕੇ ਬਾਹਰ ਆ ਗਏ। ਲੇਕਿਨ ਅੱਜ ਜਿਹੜਾ ਨਾਪਾਕ ਗੱਠਜੋੜ ਬਣ ਰਿਹਾ, ਇਹਦੇ 'ਤੇ ਮੀਡੀਆ ਵੀ ਤੁਸੀਂ ਦੇਖੋ, ਤੁਸੀਂ ਅੱਜ ਮੈਨੂੰ ਸਵਾਲ ਕਰ ਲਿਆ, ਨਹੀਂ ਤਾਂ ਮੀਡੀਆ ਨੂੰ ਮੈਂ ਹਮੇਸ਼ਾ ਗੱਲ ਕਹੀ ਹੈ, ਉਹ ਇਹਦੇ ਤੋਂ ਬਚਦਾ, ਉਹ ਇਸ ਦੀ ਗੱਲ ਹੀ ਨਹੀਂ ਕਰ ਰਿਹਾ। ਕੋਈ ਨਾ ਕੋਈ ਸਾਡੀਆਂ ਹੁਣ ਡਿਬੇਟਾਂ ਹੁੰਦੀਆਂ, ਹੋਰ ਮਸਲਿਆਂ 'ਤੇ ਡਿਬੇਟਾਂ ਕਰਦੇ ਆ, ਲੇਕਿਨ ਉਸ ਮਸਲੇ ਨੂੰ ਕਦੀ ਨਹੀਂ ਇਹ ਛੂੰਹਦੇ। ਜਦੋਂ ਕਿ ਤੁਸੀਂ ਦੇਖੋ ਕਿ ਕਿੱਡਾ ਨਾਪਾਕ ਗੱਠਜੋੜ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਓਪੋਜੀਸ਼ਨ ਦੇ ਵਿੱਚ ਕਾਂਗਰਸ ਹੈ, ਅਤੇ ਤੁਸੀਂ ਇਹ ਦੇਖੋ ਕਿ ਇੱਥੇ ਇਹਨਾਂ ਨੇ ਕਿਹੜੀ ਡੈਮੋਕ੍ਰੇਸੀ ਰਹਿਣ ਦੇਣਗੇ। ਜਿੱਥੇ ਵਿਰੋਧੀ ਧਿਰ ਅਤੇ ਸੱਤਾ ਧਿਰ ਇਕੱਠੀ ਹੋ ਜਾਵੇ ਅਤੇ ਉੱਥੇ ਓਪੋਜੀਸ਼ਨ ਫਿਰ ਕੌਣ ਕਰੇਗਾ? ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ। ਭਾਵੇਂ ਸਾਡੇ ਵਿਧਾਇਕ ਉੱਥੇ 3 ਨੇ, ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਵੋਟਰ ਹੈ, ਜਿਹੜਾ ਵੋਟਿੰਗ ਸ਼ੇਅਰ ਹੈ, ਉਹ ਅਜੇ ਮਹਿਸੂਸ ਕਰ ਰਿਹਾ ਕਿ ਸਾਡੇ ਕੋਲ ਪਿਛਲੇ ਸਮੇਂ ਦੇ ਵਿੱਚ ਜਜ਼ਬਾਤੀ ਰੌਂ ਦੇ ਵਿੱਚ ਆ ਕੇ ਗਲਤੀ ਹੋ ਗਈ। ਅਸੀਂ ਉਹਨਾਂ ਲੋਕਾਂ ਨੂੰ ਚੁਣ ਲਿਆ ਜਿਹੜੇ ਲੋਕ ਵਾਕਿਆ ਹੀ ਜਿਹੜਾ ਇੱਕ ਸਾਡੇ ਨਾਲ ਜੇ ਦੋਨਾਂ ਦਾ ਗੱਠਜੋੜ ਹੋ ਜਾਂਦਾ, ਮੰਨ ਲਓ ਵੀ ਸੀਟਾਂ ਦੀ ਸ਼ੇਅਰਿੰਗ ਵੀ ਹੋ ਜਾਂਦੀ ਆ, ਸ਼੍ਰੋਮਣੀ ਅਕਾਲੀ ਦਲ ਨੂੰ ਇਹਦਾ ਫਾਇਦਾ ਹੋਊਗਾ ਕੋਈ? ਦੇਖੋ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਅਸੀਂ ਪੰਜਾਬ ਨੂੰ ਫਾਇਦਾ ਦੇਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਜਿਹੜੀ ਖੇਤਰੀ ਪਾਰਟੀ ਹੈ ਉਹ ਮਜ਼ਬੂਤ ਹੋਵੇ, ਅਤੇ ਮਜ਼ਬੂਤ ਹੋਵੇਗਾ ਅਤੇ ਪੰਜਾਬ ਵੀ ਮਜ਼ਬੂਤ ਹੋਵੇਗਾ, ਖੇਤਰੀ ਪਾਰਟੀ ਵੀ ਮਜ਼ਬੂਤ ਹੋਵੇਗੀ, ਤਾਂ ਇੱਥੇ ਇੱਕ ਲੋਕ ਰਾਜ ਬਹਾਲ ਹੋਵੇਗਾ। ਤੁਸੀਂ ਇਹ ਦੇਖਿਆ ਕਿ ਪਿਛਲੇ ਦਿਨੀ 2 ਭਰਾਵਾਂ ਦਾ ਕਤਲ ਹੋਇਆ, ਉਹਨਾਂ ਨੇ ਸੁਸਾਈਡ ਕੀਤੀ। ਉੱਥੇ ਜਦੋਂ ਸਾਡੀ ਲੀਡਰਸ਼ਿਪ ਨੇ ਜਾ ਕੇ ਅਤੇ ਮੌਕੇ ਦੀ ਸਰਕਾਰ ਨੂੰ ਸਵਾਲ ਕੀਤਾ ਅਤੇ ਉਸ ਦਾ ਜਵਾਬ ਨਹੀਂ ਫਿਰ ਉਹਨਾਂ ਨੂੰ ਕੋਈ ਆਇਆ, ਅਤੇ ਅਖੀਰ ਪਰਚਾ ਵੀ ਦਰਜ ਕਰਨਾ ਪਿਆ ਅਤੇ ਇਨਸਾਫ ਦੀ ਗੱਲ ਵੀ ਅੱਜ ਚੱਲੀ ਹੈ। ਸੋ ਜਿੱਥੇ ਵੀ ਕਿਤੇ ਆ ਮੁਆਵਜ਼ੇ ਦੀ ਗੱਲ ਹੈ, ਤੁਸੀਂ ਦੇਖੋ ਇਹ ਕਿੱਡੀਆਂ ਵੱਡੀਆਂ। ਉਹੀ ਇੰਸਪੈਕਟਰ ਤੁਹਾਡੀਆਂ ਸਰਕਾਰਾਂ ਵੇਲੇ ਤੁਹਾਡੇ ਲੀਡਰਾਂ ਦਾ ਵੀ ਚੇਤਾ ਰਿਹਾ। ਨਹੀਂ, ਮੈਂ ਇਹ ਗੱਲ ਕਹਿਣਾ, ਇਹੋ ਜਿਹੇ ਬੰਦੇ ਜਿਹੜੇ ਆ, ਚਾਹੇ ਸਾਡੀ ਸਰਕਾਰ ਦੇ ਵਿੱਚ ਹੋਣ, ਚਾਹੇ ਮੌਜੂਦਾ ਸਰਕਾਰ 'ਚ ਹੋਣ, ਇਹ ਕਿਸੇ ਦੇ ਚਹੇਤੇ ਨਹੀਂ ਬਣਨੇ ਚਾਹੀਦੇ। ਇਹਨਾਂ ਲੋਕਾਂ ਨੂੰ ਜਿਹੜੇ ਰਾਜਪੂਤ ਬਣ ਕੇ ਰਾਜ ਦੇ, ਇੱਕ ਤਾਂ ਹੁੰਦਾ ਨਾ ਇਹ ਬੜੀ ਵੱਡੀ ਕੌਮ ਹੈ ਰਾਜਪੂਤ, ਮੈਂ ਉਹਨਾਂ ਦੀ ਨਹੀਂ ਗੱਲ ਕਰਦਾ, ਇੱਕ ਜਿਹੜੇ ਰਾਜ ਦੇ ਸਿਰਫ ਆਪਣੇ ਆਪ ਨੂੰ ਉਹ ਬਣ ਕੇ ਉਹ ਇਹ ਗੱਲ ਕਰਦੇ ਆ, ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਇੱਕ ਸਵਾਲ ਹੈਗਾ। ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਇਹ ਕਚਹਿਰੀ ਦੇ ਵਿੱਚ ਲੋਕਾਂ ਨੂੰ ਖੜੇ ਕਰਨਾ ਪਏਗਾ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨਾਲ ਵਾਅਦੇ ਕੀ ਕੀਤੇ, ਗਰੰਟੀਆਂ ਕੀ ਦਿੱਤੀਆਂ, ਅਤੇ ਅੱਜ ਤੁਸੀਂ ਕਰ ਕੀ ਰਹੇ ਹੋ। ਕਿਉਂਕਿ ਇਹ ਜਿਹੜਾ ਨਾਪਾਕ ਗੱਠਜੋੜ ਹੈ, ਇਹ ਮੈਨੂੰ ਨਹੀਂ ਲੱਗਦਾ ਕਿ ਇਹ ਸਿਰੇ ਲੱਗੇਗਾ, ਕਿਉਂਕਿ ਇਹਦੇ ਵਿੱਚ ਬਹੁਤ ਚੰਗੇ ਲੋਕ ਵੀ ਨੇ। ਉਹਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਤੁਸੀਂ ਬਾਹਰ ਆਓ
ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਖੇਤਰੀ ਪਾਰਟੀ ਹੈ, ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ ਦੇਸ਼ ਦੇ ਵਿੱਚ, ਉਹਨਾਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ। ਉਹ ਇਕਜੁੱਟ ਹੋ ਕੇ ਐਡਾ ਵੱਡਾ ਮੋਰਚਾ ਬਣਾਉਣ ਤੇ ਇਹਨੂੰ ਕਾਂਗਰਸ ਨੂੰ ਤੇ ਬੀਜੇਪੀ ਨੂੰ ਬਿਲਕੁਲ ਡਿਫੀਟ ਕਰ ਦੇਣ। ਸਰਦਾਰ ਕਰਨੈਲ ਸਿੰਘ ਪੀਰਮਾ ਮੱਜੀ ਨਾਲ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। ਕੈਮਰਾਮੈਨ ਬਰਿੰਦਰ ਦੇ ਨਾਲ ਗੁਰਨਾਮ ਸਿੰਘ ਬਿਲਗਾ, ਚੰਡੀਗੜ੍ਹ ਤੋਂ।